ਵੀ ਸਮਝ ਅਨੁਸਾਰ ਜੋ ਆਪਣੇ ਸਿੱਖਾਂ ਦਾ ਨਵਾਂ ਸਾਲ ਜੋ ਆਰੰਭ ਹੋਣਾ, ਉਸੇ ਹੀ ਸੰਬੰਧ ਅੰਦਰ 13 ਤਰੀਕ ਸ਼ਾਮ ਨੂੰ ਆਪਣੇ ਇਸ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਰਾਤ ਦੇ 12 ਵਜੇ ਤੱਕ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਜੋ ਆਪਣਾ ਨਵਾਂ ਸਾਲ ਆਰੰਭ ਹੋਣਾ, ਉਸ ਦੀ ਆਮਦ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਆਪ ਜੀ ਨੇ ਬਾਹਰ ਇਸ਼ਤਿਹਾਰਾਂ 'ਚ ਪੜ੍ਹਿਆ ਹੋਣਾ ਕਿ ਬਹੁਤ ਵਧੀਆ ਵਧੀਆ ਜਥੇ ਜਿਹੜੇ ਹੈ ਕੀਰਤਨ ਕਰਨ ਵਾਸਤੇ ਆ ਰਹੇ ਹਨ, ਕਥਾ ਵੀ ਹੋਣੀ ਹੈ। ਸੋ ਆਪ ਸਾਰੇ ਹੀ ਪ੍ਰੋਗਰਾਮਾਂ ਵਿੱਚ ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਸਾਧ ਸੰਗਤ ਜੀ, ਹੁਣ ਭਾਈਚਾਰਾ ਤੋਂ ਆਪਾਂ ਪੰਥ ਪ੍ਰਕਾਸ਼ ਦੀ 40 ਲੜੀਵਾਰ ਕਥਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ, ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਉਪਈ ਤਉ ਬੰਦਾ ਦਲ ਆਪਣੇ ਬੜਾ, ਦਲ ਬਾਗੀ ਚ ਜਨ ਜਲ ਪੜਾ, ਤਉ ਬੰਦਾ ਦਲ ਆਪਣੇ ਬੜਾ, ਦਲ ਬਾਗੀਚੇ ਜਨ ਜਲ ਪੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਸਮਾਂ ਪ੍ਰਾਪਤ ਹੋਇਆ। ਸਮੇਂ ਨੂੰ ਸਫਲਾ ਬਣਾਈਏ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ
ਤਉ ਬੰਦਾ ਦਲ ਆਪਣੇ ਬੜਾ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਿਸ ਵਕਤ ਫਰਖਸ਼ੀਅਰ ਬਾਦਸ਼ਾਹ ਨੇ 3 ਜਰਨੈਲ ਸ਼ਮਸ਼ ਖਾਂ, ਬਾਜੀਦ ਖਾਂ, ਜਾਲੀ ਦੀਨ ਖਾਂ ਸਿੰਘਾਂ ਦੇ ਉੱਤੇ ਹਮਲਾ ਕਰਨ ਵਾਸਤੇ ਭੇਜੇ, ਉਹਨਾਂ ਦੇ ਵਿੱਚੋਂ ਇੱਕ ਜਰਨੈਲ ਸੀ ਜਿਹੜਾ ਜਾਲੀ ਦੀਨ ਖਾਂ। ਉਹਦਾ ਖਾਲਸਾ ਜੀ ਭਾਈ ਬਾਜ ਸਿੰਘ ਜੀ ਨੇ ਜਾ ਕਰਕੇ ਸੋਧਾ ਲਾ ਦਿੱਤਾ। ਕਹਿੰਦੇ ਆਪਣੇ ਡੇਰੇ ਦੇ ਵਿੱਚ ਲੁਕ ਕੇ ਬੈਠਾ ਹੋਇਆ ਸੀ ਤੇ ਸੋਚ ਰਿਹਾ ਸੀ ਸਿੰਘ ਖਤਮ ਹੋ ਗਏ ਨੇ, ਮਰ ਮੁੱਕ ਗਏ ਨੇ, ਤੇ ਆਪਣੇ ਡੇਰੇ ਵਿੱਚ ਬੈਠ ਕੇ ਐਸ਼ ਕਰ ਰਿਹਾ ਸੀ। ਪਰ ਕਹਿੰਦੇ ਭਾਈ ਸਾਹਿਬ ਭਾਈ ਬਾਜ ਸਿੰਘ ਜੀ ਕਹਿੰਦੇ ਇੱਕਦਮ ਬਿਜਲੀ ਦੀ ਤਰ੍ਹਾਂ ਚਮਕੇ। ਬਿਜਲੀ ਦੀ ਤਰ੍ਹਾਂ ਚਮਕ ਕਰਕੇ ਉਸ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਮੌਤ ਰੂਪੀ ਬਿਜਲੀ ਗਿਰ ਗਈ ਕਿ ਮਾਨੋ ਵੇਖਦੇ ਵੇਖਦੇ ਹੀ ਉਹ ਚਕਨਾਚੂਰ ਹੋ ਗਿਆ। ਜਦੋਂ ਜਾਲੀ ਦੀਨ ਬਾਦਸ਼ਾਹ ਦੀ ਮੌਤ ਹੋਈ, ਉਸ ਤੋਂ ਬਾਅਦ ਜਿਹੜਾ ਕਿ ਸ਼ਮਸ਼ ਖਾਂ ਅਤੇ ਬਜੀਦ ਖਾਂ, ਇਹ ਦੋਵੇਂ ਰਿਸ਼ਤੇ ਵਿੱਚ ਚਾਚਾ ਭਤੀਜਾ ਸਨ। ਇਹਨਾਂ ਨੇ ਸਲਾਹ ਕੀਤੀ ਕਿ ਅਸੀਂ ਇੱਕ ਹੋ ਕਰਕੇ ਸਿੰਘਾਂ ਤੇ ਹਮਲਾ ਕਰੀਏ। ਜੇ ਕੱਲੇ ਹੋ ਕੇ ਸਿੰਘਾਂ ਤੇ ਹਮਲਾ ਕਰਾਂਗੇ ਤੇ ਮੁਕਾਬਲਾ ਨਹੀਂ ਕੀਤਾ ਜਾਣਾ। ਇਹਨਾਂ ਦੋਵਾਂ ਨੇ ਇਹ ਵਿਚਾਰ ਕਰ ਲਈ ਕਿ ਇੱਕ ਹੋ ਕੇ ਗੁਰੂ ਕੇ ਸਿੱਖਾਂ ਦਾ ਖਾਤਮਾ ਕਰੀਏ। ਪਰ ਕਹਿੰਦੇ ਜਦੋਂ ਇਹਨਾਂ ਦੋਵਾਂ ਦਾ ਇਹ ਪਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਹੜੇ ਕਸਮਾਂ ਖਾ ਕਰਕੇ ਆਏ ਨੇ ਕਿ ਅਸੀਂ ਸਿੰਘਾਂ ਦਾ ਖਾਤਮਾ ਕਰਾਂਗੇ, ਕਹਿੰਦੇ ਜਿਸ ਤਰ੍ਹਾਂ ਕੱਦੂ ਖਿਲਾਰੀਦਾ ਇਹਨਾਂ ਦੋਵਾਂ ਦੀਆਂ ਮੈਂ ਧੋਣਾ ਇਸ ਤਰ੍ਹਾਂ ਖਿਲਾਰ ਦਿਆਂਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਜਿਹੜੇ ਹੰਕਾਰ ਵਿੱਚ ਸਿੰਘਾਂ ਨੂੰ ਖਤਮ ਕਰਨ ਵਾਸਤੇ ਆਏ ਨੇ, ਜਿਸ ਤਰ੍ਹਾਂ ਨਿੰਬੂ ਨਿਚੋੜੀਦਾ, ਨਿੰਬੂ ਦੀ ਤਰ੍ਹਾਂ ਮੈਂ ਇਹਨਾਂ ਵੱਡੇ ਜਰਨੈਲਾਂ ਨੂੰ ਨਿਚੋੜ ਦਿਆਂਗਾ। ਸੋ ਇਸ ਤਰ੍ਹਾਂ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਦੇ ਦਲ ਦੇ ਵਿੱਚ ਜਾ ਕਰਕੇ ਦੁਬਾਰਾ ਫਿਰ ਰਣਨੀਤੀ ਬਣਾਉਂਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਦੋ ਬਹਾਦਰ ਜਰਨੈਲਾਂ ਦਾ ਮੁਕਾਬਲਾ ਕਰਨਾ ਹੈ। ਦਲ ਬਾਗੀ ਚ ਜਨ ਜਲ ਪੜਾ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁੱਲੂ ਰਿਆਸਤ ਦੇ ਰਾਜੇ ਨੇ ਕੈਦ ਕੀਤਾ, ਗ੍ਰਿਫਤਾਰ ਕੀਤਾ ਨਾ, ਤਾਂ ਸਿੰਘਾਂ ਦੇ ਵਿੱਚ ਵੀ ਇੱਕ ਵਾਰ ਉਦਾਸੀ ਆ ਗਈ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਗਏ ਨੇ। ਪਰ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਖਾਲਸਾ ਜੀ ਹਕੂਮਤ ਦੀ ਕੈਦ ਤੋਂ ਬਾਹਰ ਆ ਗਏ ਤੇ ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦੇ ਵਿੱਚ ਚਾਅ ਚੜ ਗਿਆ। ਕਹਿੰਦੇ ਜਿਵੇਂ ਬੰਜਰ ਜ਼ਮੀਨ ਹੋਵੇ, ਬਗੀਚਾ ਹੋਵੇ, ਬਗੀਚੇ ਦੇ ਵਿੱਚ ਫੁੱਲ ਖਿੜ ਜਾਂਦੇ ਨੇ, ਇਸ ਤਰ੍ਹਾਂ ਆਪਣੇ ਜਰਨੈਲ ਨੂੰ ਆਉਂਦਿਆਂ ਵੇਖ ਗੁਰੂ ਕੇ ਸਿੰਘਾਂ ਦੇ ਚਿਹਰੇ ਖਿੜ ਗਏ। ਜੇਠ ਮਾਹੇ ਜਨ ਵੱਡ ਮੀਂਹ ਪਰਾ। ਕਹਿੰਦੇ ਜਿਸ ਤਰ੍ਹਾਂ ਗਰਮੀਆਂ ਦੇ ਮੌਸਮ ਦੇ ਵਿੱਚ ਵਰਖਾ ਹੋਵੇ, ਮੀਂਹ ਪੈ ਜਾਵੇ ਨਾ, ਜੇਠ ਦੇ ਮਹੀਨੇ ਵਿੱਚ, ਜੇਠ ਦੇ ਮਹੀਨੇ ਦਾ ਪਤਾ ਬਹੁਤਾ ਭਾਰਤ 'ਚ ਜਾ ਕੇ ਲੱਗਦਾ ਹੈ ਕਿ ਜਦੋਂ ਜੇਠ ਦੇ ਮਹੀਨੇ ਵਿੱਚ ਮੀਂਹ ਪੈਂਦਾ ਤੇ ਬਹੁਤ ਖੁਸ਼ੀ ਹੁੰਦੀ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ ਕੁੱਲੂ ਰਿਆਸਤ ਦੀ ਕੈਦ ਤੋਂ ਬਾਹਰ ਆਏ, ਕਹਿੰਦੇ ਬਸ ਉਸ ਤੋਂ ਵੀ ਕਈ ਗੁਣਾ ਵੱਧ ਖੁਸ਼ੀ ਸਿੰਘਾਂ ਦੇ ਮਨਾਂ ਵਿੱਚ ਹੋਈ। ਸੂਕਤ ਬਾਗ ਭਇਓ ਜਨ ਹਰਾ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੁੱਕਿਆ ਹੋਇਆ ਬਗੀਚਾ ਹਰਾ ਭਰਾ ਹੋ ਗਿਆ ਹੋਵੇ। ਸਿੱਖ ਸੰਗਤ ਕਰੇ ਜੈ ਜੈਕਾਰ। ਗੁਰੂ ਕੀਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੈ ਜੈਕਾਰਾਂ ਕਰਦੀਆਂ, ਕਿਉਂਕਿ ਬਿਨਾਂ ਕਿਸੇ ਮਦਦ ਤੋਂ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰੀ ਕੈਦ ਤੋਂ ਬਾਹਰ ਆਏ ਸਨ। ਜਨ ਡੱਡੂ ਬੋਲੇ ਕਈ ਹਜ਼ਾਰ। ਹੁਣ ਸਿੱਖ ਸੰਗਤਾਂ ਤੇ ਕਰਦੀਆਂ ਜੈ ਜੈਕਾਰਾਂ ਕਿ ਡੰਕਾ ਬਾਜੇ ਫਤਿਹ ਕਾ ਨਿਹਕਲੰਕ ਅਵਤਾਰ। ਕਹਿੰਦੇ ਸਾਰੇ ਪਾਸੇ ਨਿਹਕਲੰਕ ਅਵਤਾਰ ਦਾ, ਖਾਲਸੇ ਦਾ ਡੰਕਾ ਵੱਜਦਾ। ਤੇ ਕਹਿੰਦੇ ਜਿਹੜੇ ਡੱਡੂ ਨੇ, ਜਿਵੇਂ ਮੀਂਹ ਵਿੱਚ ਡੱਡੂ ਬੋਲਦੇ ਨੇ ਖਾਲਸਾ ਜੀ, ਉਸ ਤਰ੍ਹਾਂ ਕਹਿੰਦੇ ਇਹ ਮੁਗਲ ਹਕੂਮਤ ਦੇ ਸਿਪਾਹੀ ਡੱਡੂਆਂ ਵਾਂਗੂ ਖਾਲਸੇ ਦੀ ਨਿੰਦਿਆ ਕਰਦੇ ਨੇ। ਦਰਅਸਲ ਖਾਲਸੇ ਕੋਲ ਸਿੱਖਾਂ ਦੇ, ਗੁਰੂ ਕਿਆਂ ਸਿੰਘਾਂ ਦਾ ਪ੍ਰਤਾਪ ਐਸਾ ਹੈ ਕਿ ਗੁਰੂ ਕਿਆਂ ਸਿੰਘਾਂ ਦਾ, ਖਾਲਸਿਆਂ ਦਾ ਕੋਈ ਕੁਝ ਵਿਗਾੜ ਤੇ ਨਹੀਂ ਸਕਦਾ। ਪਰ ਕਈਆਂ ਦੀ ਬਿਰਤੀ ਡੱਡੂਆਂ ਵਰਗੀ ਹੁੰਦੀ ਹੈ ਕਿ ਉਸੇ ਬਿਨਾਂ ਮਤਲਬ ਤੋਂ ਹੀ ਖਾਲਸਾ ਜੀ ਕੁਝ ਨਾ ਕੁਝ ਬੋਲੀ ਜਾਂਦੇ ਨੇ, ਪਰ ਉਹਨਾਂ ਦਾ ਵੀ ਫਿਰ ਖਾਲਸਾ ਆਪਣੇ ਆਪ ਹਿਸਾਬ ਕਰ ਲੈਂਦਾ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੇ ਨਾਲ ਗੁਰੂ ਕਿਆਂ ਸਿੰਘਾਂ ਦੇ ਵਿੱਚ ਇੱਕ ਵਾਰ ਫਿਰ ਖੁਸ਼ੀ ਫੈਲ ਗਈ। ਅੱਕ ਜੋ ਆਹੇ ਸਮ ਤੁਰਕ ਹੋਏ। ਕਹਿੰਦੇ ਨੇ ਜਿਹੜੇ ਆ ਤੁਰਕ ਸਨ,
ਇਹ ਕਹਿੰਦੇ ਨੇ ਸੁੱਕ ਗਏ, ਅੱਕ ਗਏ, ਇਹਨਾਂ ਦੀ ਸਾਰੀ ਤਾਕਤ ਵਿਅਰਥ ਚਲੀ ਗਈ। ਸਾਬਤ ਦਿਸੈ ਓ ਬਲ ਗਇਓ ਖੋਏ। ਕਹਿੰਦੇ ਨੇ ਵੇਖਣ ਦੇ ਵਿੱਚ ਤੇ ਤੁਰਕ ਬੜੇ ਤਾਕਤਵਰ ਲੱਗਦੇ ਨੇ, 6-6 ਫੁੱਟ ਦੇ ਇਹਨਾਂ ਦੇ ਕੱਦ ਨੇ, ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਪ੍ਰਤਾਪ ਇੰਨਾ ਸੀ ਕਿ ਏਡੇ ਵੱਡੇ ਵੱਡੇ ਜਰਨੈਲਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੈਦ ਤੋਂ ਬਾਹਰ ਆ ਗਏ, ਕਹਿੰਦੇ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਰਾਤ ਨੂੰ ਵੀ ਇਹ ਚਿੰਤਾ ਰਹਿੰਦੀ ਹੈ ਵੀ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਤੇ ਹਮਲਾ ਨਾ ਕਰ ਦਵੇ। ਤਬ ਬੰਦੋ ਚੜ ਦੁਆਬੇ ਬੜਾ। ਇਹਨਾਂ ਦੇ ਸੋਚਦੇ ਬਾਬਾ ਬੰਦਾ ਸਿੰਘ ਬਹਾਦਰ ਦੁਆਬੇ ਦੀ ਧਰਤੀ ਤੇ ਖਾਲਸੇ ਦੇ ਨਾਲ ਚੜ੍ਹਾਈ ਕਰਦੇ ਨੇ। ਵੱਡੀ ਜਗ੍ਹਾ ਮਾਰ ਤੁਰਕਨ ਧਰਾ। ਤੇ ਕਹਿੰਦੇ ਨੇ ਵੱਡੀਆਂ ਥਾਵਾਂ ਤੇ ਜਿੱਥੇ ਤੁਰਕਾਂ ਨੇ ਆਪਣੇ ਡੇਰੇ ਕੀਤੇ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਿਆਂ ਦੀ ਫੌਜਾਂ ਦੇ ਨਾਲ ਉਹਨਾਂ ਦੇ ਡੇਰੇ ਉੱਥੋਂ ਪੁੱਟ ਦਿੱਤੇ। ਮਗਰ ਤੁਰਕ ਉਸੇ ਕੋ ਟੋਲਾਂ। ਤੇ ਕਹਿੰਦੇ ਨੇ ਜਿਹੜੇ ਦੂਸਰੇ ਫੌਜਦਾਰ ਮੁਗਲ ਹਕੂਮਤਾਂ ਦੇ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਤਲਾਸ਼ ਕਰਨ ਲੱਗ ਪਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਇਹਨਾਂ ਫੌਜਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਟੁਕਾ ਨਾ ਨੇੜਾ ਦੂਰੋਂ ਰੋਲਾ। ਪਰ ਕਹਿੰਦੇ ਇੰਨਾ ਕੇ ਪ੍ਰਭਾਵ ਸੀ ਕਿਵੇਂ ਜਿਵੇਂ ਹਾਥੀ ਲੰਘਦਾ ਹੋਵੇ ਤੇ ਜਿਹੜੇ ਕਤੂਰੇ ਹੁੰਦੇ ਨੇ, ਕਹਿੰਦੇ ਹਾਥੀ ਦੇ ਨੇੜੇ ਤਾਂ ਨਹੀਂ ਜਾਂਦੇ ਪਰ ਦੂਰੋਂ ਵੇਖ ਵੇਖ ਕੇ ਭੌਂਕਦੇ ਜ਼ਰੂਰ ਨੇ। ਕਹਿੰਦੇ ਇਸੇ ਤਰ੍ਹਾਂ ਸਿੰਘਾਂ ਦਾ ਵੀ ਪ੍ਰਤਾਪ ਐਸਾ ਹੀ ਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਪ੍ਰਤਾਪ ਐਸਾ ਸੀ ਕਿ ਨੇੜੇ ਤੇ ਨਹੀਂ ਜਾਂਦੇ ਸਿੰਘਾਂ ਦੇ, ਪਰ ਦੂਰੋਂ ਖੜ ਕੇ ਖਾਲਸਾ ਜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ ਡਰ ਦੇ ਨੇੜੇ ਵੀ ਨਹੀਂ ਜਾਂਦੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਵਿਖਾਏ ਤੇ ਦੂਸਰੇ ਜਰਨੈਲ, ਦੂਸਰੇ ਫੌਜਦਾਰ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਲਾਸ਼ ਕਰਦੇ, ਖੋਜ ਕਰਦੇ, ਤੇ ਦੂਸਰੇ ਪਾਸੇ ਮਨ ਵਿੱਚ ਡਰਦੇ ਵੀ ਨੇ ਵੀ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਆ ਕੇ ਖੜ ਨਾ ਜਾਵੇ, ਕਿਤੇ ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਨਾ ਹੋ ਜਾਵੇ। ਕਿਉਂਕਿ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਹੋਈ ਤੇ ਉਹਨੇ ਸਾਨੂੰ ਮੌਤ ਦੇ ਘਾਟ ਉਤਾਰ ਦੇਣਾ ਹੈ। ਜੋ ਕਿਤ ਫੌਜ ਬੰਦੇ ਵੱਲ ਆਵੇ। ਜੇ ਕੋਈ ਵੀ ਫੌਜ ਜਾਂ ਸਿਪਾਹੀ ਬਾਬਾ ਬੰਦਾ ਸਿੰਘ ਬਹਾਦਰ ਵੱਲ ਆਉਂਦੇ ਨੇ, ਕਰ ਝਟ ਉਨ ਸਿੰਘ ਮਾਰ ਲੈ ਜਾਵੇ। ਕਹਿੰਦੇ ਜਿਹੜਾ ਵੀ ਗੁਰੂ ਕਿਆਂ ਖਾਲਸਿਆਂ ਤੇ ਚੜ ਕੇ ਆਂਦਾ, ਗੁਰੂ ਕੇ ਸਿੰਘ ਆਪਣੀਆਂ ਤੇਗਾਂ ਦੇ ਨਾਲ ਨਾਲ ਦੀ ਨਾਲ ਝਟਕਾਈ ਜਾਂਦੇ, ਕੋਈ ਵੀ ਹਿਸਾਬ ਰੱਖਦੇ ਨਹੀਂ। ਜਿਹੜਾ ਖਾਲਸੇ ਤੇ ਵਾਧੀ ਕਰਨ ਆਉਂਦਾ, ਖਾਲਸਾ ਫਿਰ ਉਹਦਾ ਹਿਸਾਬ ਆਪਣੇ ਆਪ ਹੀ ਕਰੀ ਜਾਂਦਾ ਹੈ। ਅੱਗੇ ਪਿੱਛੇ ਪਰ ਬਿਜ ਸਮਾਨ। ਕਹਿੰਦੇ ਭਾਵੇਂ ਮੁਗਲ ਹਕੂਮਤ ਦੇ ਸਿਪਾਹੀ ਪਿੱਠ ਤੋਂ ਵਾਰ ਕਰਨ, ਭਾਵੇਂ ਅੱਗਿਓਂ ਵਾਰ ਕਰਨ, ਪਰ ਕਹਿੰਦੇ ਖਾਲਸੇ ਦੀ ਚੰਡੀ ਇਸ ਤਰ੍ਹਾਂ ਲਿਸ਼ਕਦੀ ਹੈ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਖਾਲਸੇ ਦੇ ਗਾਤਰੇ ਵਿੱਚ ਜੋ 3 ਫੁੱਟ ਦੀ ਚੰਡੀ ਭਾਵ ਕੇ ਸ਼ਮਸ਼ੀਰ, ਸਤਿਗੁਰੂ ਵੱਲੋਂ ਬਖਸ਼ੀ ਹੋਈ ਤੇਗ, ਤਲਵਾਰ, ਕਿਰਪਾਨ, ਕਹਿੰਦੇ ਇਸ ਤਰ੍ਹਾਂ ਜਦੋਂ ਮਿਆਨ ਦੇ ਵਿੱਚੋਂ ਨਿਕਲਦੀ ਹੈ ਤੇ ਬਿਜਲੀ ਤੋਂ ਵੀ ਵੱਧ ਚਮਕਾਰਾ ਪੈਂਦਾ ਹੈ। ਤੇ ਜਦੋਂ ਗੁਰੂ ਕੇ ਸਿੰਘਾਂ ਦੀ ਮਿਆਨ ਦੇ ਵਿੱਚੋਂ ਨਿਕਲ ਕੇ ਤੇਗ ਚਮਕਦੀ ਹੈ, ਵੱਡੇ ਵੱਡੇ ਜਰਨੈਲ ਮੌਤ ਦੇ ਘਾਟ ਉਤਾਰੇ ਜਾਂਦੇ ਨੇ। ਇਮ ਕਰ ਕੀਨੇ ਤੁਰਕ ਹੈਰਾਨ। ਕਹਿੰਦੇ ਜਦੋਂ ਗੁਰੂ ਕਿਆਂ ਸਿੰਘਾਂ ਨੇ ਫੌਜਾਂ ਸਿਪਾਹੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ, ਮੁਗਲ ਹਕੂਮਤ ਦਾ ਬਾਦਸ਼ਾਹ ਵੀ ਅਚੰਭੇ ਵਿੱਚ ਹੋ ਗਿਆ, ਹੈਰਾਨ ਹੋ ਗਿਆ। ਦੋਹਰਾ ਡਰਤ ਨਿਜੈ ਪਤਸ਼ਾਹ ਤੇ ਤੁਰਕ ਗਾਲੋ ਨਾ ਰਹਾਏ। ਹੁਣ ਫਰਕਸ਼ੀਅਰ ਬਾਦਸ਼ਾਹ ਦੀ ਫੌਜ, ਉਹਨਾਂ ਦੇ ਹੌਸਲੇ ਟੁੱਟ ਗਏ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਬਾਦਸ਼ਾਹ ਸਾਡੀਆਂ ਇੱਥੇ ਡਿਊਟੀਆਂ ਲਾ ਕੇ ਆਪ ਦਿੱਲੀ ਜਾ ਕਰਕੇ ਬਹਿ ਗਿਆ, ਸਾਨੂੰ ਬੰਦਾ ਸਿੰਘ ਬਹਾਦਰ ਦੇ ਹੱਥੋਂ, ਸਿੰਘਾਂ ਦੇ ਹੱਥੋਂ ਮਰਵਾਉਣਾ ਚਾਹੁੰਦਾ, ਪਰ ਖੁਦ ਦਿੱਲੀ ਤਖਤ ਤੇ ਜਾ ਕੇ ਬੈਠਾ ਹੈ। ਸੋ ਇਸ ਤਰ੍ਹਾਂ ਲੋਕ ਗੱਲਾਂ ਕਰਦੇ ਨੇ ਕਿ ਬਾਦਸ਼ਾਹ ਵੀ ਡਰਦਾ ਹੈ। ਇਸੇ ਕਰਕੇ ਜ਼ਮੀਨੀ ਪੱਧਰ ਤੇ ਆ ਕਰਕੇ ਉਹ ਸਿੰਘਾਂ ਦਾ ਮੁਕਾਬਲਾ ਨਹੀਂ ਕਰਦਾ, ਕੇਵਲ ਸਾਨੂੰ ਹੁਕਮ ਦੇ ਕਰਕੇ ਭੇਜ ਦਿੰਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਮੁਗਲ ਹਕੂਮਤ ਦੀਆਂ ਫੌਜਾਂ ਦੇ ਵਿੱਚ ਵੀ ਚੱਲਣ ਲੱਗ ਪਈਆਂ। ਓ ਬੰਦਾ ਪਰ ਬੜ ਧਾਵਨੀ ਕਰ, ਭੀ ਸੋ ਨਾ ਪਾਏ। ਤੇ ਜੇ ਕਿਤੇ ਬਲ ਮੁਲਾਕਾਤ ਹੋਵੇ ਤੇ ਖਾਲਸਾ ਜੀ ਇਹੋ ਜਿਹੇ ਬਾਦਸ਼ਾਹ ਭੱਜ ਜਾਂਦੇ, ਜਰਨੈਲ ਭੱਜ ਜਾਂਦੇ,
ਤੇ ਹੁਣ ਫੌਜਾਂ ਵੀ ਆਪਸ ਵਿੱਚ ਕਹਿੰਦੀਆਂ ਵੀ ਜਦੋਂ ਬੰਦਾ ਸਿੰਘ ਬਹਾਦਰ ਸਾਹਮਣੇ ਆਉਂਦਾ ਹੈ, ਉਦੋਂ ਇਹਨਾਂ ਦੀ ਪੇਸ਼ ਨਹੀਂ ਚੱਲਦੀ, ਉਦੋਂ ਇਹਨਾਂ ਦੇ ਹੱਥ ਨਹੀਂ ਆਉਂਦਾ, ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਤੋਂ ਦੂਰ ਹੋਵੇ ਫਿਰ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ। ਭਾਵ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਆ ਜਾਂਦਾ ਫਿਰ ਆਪਣੀ ਜਾਨ ਮੰਗਦੇ ਨੇ, ਜ਼ਿੰਦਗੀ ਮੰਗਦੇ ਨੇ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾ ਹੋਵੇ ਤੇ ਫਿਰ ਕਹਿੰਦੇ ਉਹਨੂੰ ਖਤਮ ਕਰ ਦਿਆਂਗੇ। ਸੋ ਇਸ ਤਰ੍ਹਾਂ ਕਹਿੰਦੇ ਫੌਜਾਂ ਵੀ ਆਪਸ ਵਿੱਚ ਗੱਲਾਂ ਕਰਦੀਆਂ ਕਿ ਜਿਹੜੇ ਜਰਨੈਲ, ਜਿਹੜੇ ਬਾਦਸ਼ਾਹ ਹੁਕਮ ਦੇ ਰਹੇ ਨੇ, ਆਪਣੇ ਮਨ ਦੇ ਅੰਦਰ ਇਹਨਾਂ ਦੇ ਵਿੱਚ ਵੀ ਸਿੰਘਾਂ ਪ੍ਰਤੀ ਬਹੁਤ ਭੈ ਹੈ। ਚਉਪਈ ਸ਼ਮਸ ਦੀਨ ਕੀ ਹੋਣੀ ਆਈ। ਹੁਣ ਜਿਹੜਾ ਸ਼ਮਸ਼ ਖਾਂ ਸੀ, ਜਿਨੇ ਖਾਲਸਾ ਜੀ ਭਾਈ ਬਾਜ ਸਿੰਘ ਹੋਣਾ ਨੂੰ ਘੇਰਾ ਪਾਇਆ ਹੋਇਆ ਸੀ, ਕਹਿੰਦੇ ਸ਼ਮਸ਼ ਖਾਂ ਦੀ ਮੌਤ ਆ ਗਈ। ਰੁਤੀ ਉਸਾ ਕੀ ਪਿਛਲ ਸਗਾਈ। ਕਿ ਬਾਬਾ ਬੰਦਾ ਸਿੰਘ ਬਹਾਦਰ ਕੈਦ ਤੋਂ ਬਾਹਰ ਆ ਗਏ ਤੇ ਸ਼ਮਸ਼ ਖਾਂ ਨੇ ਇੱਕ ਫੈਸਲਾ ਲਿਆ ਕਿ ਜੇ ਬੰਦਾ ਸਿੰਘ ਬਹਾਦਰ ਦਾ ਟਾਕਰਾ ਕੀਤਾ ਤੇ ਮਾਰਿਆ ਜਾਵਾਂਗਾ। ਤੇ ਸ਼ਮਸ਼ ਖਾਂ ਨੇ ਬਹਾਨਾ ਲਗਾ ਦਿੱਤਾ ਫੌਜਾਂ ਦੇ ਵਿੱਚ ਕਿ ਮੇਰਾ ਤੇ ਨਿਕਾਹ ਰੱਖਿਆ ਗਿਆ ਹੈ, ਮੇਰੀ ਤਾਂ ਸਗਾਈ ਹੋ ਗਈ ਹੈ, ਮੈਂ ਨਿਕਾਹ ਵਾਸਤੇ, ਵਿਵਾਹ ਵਾਸਤੇ ਵਾਪਸ ਜਾਣਾ ਹੈ। ਕਹਿੰਦੇ ਇਸ ਤਰ੍ਹਾਂ ਆਪਣੀਆਂ ਫੌਜਾਂ ਨੂੰ ਸਗਾਈ ਦੀ, ਨਿਕਾਹ ਦੀ, ਵਿਵਾਹ ਦੀ ਖਬਰ ਸੁਣਾ ਕਰਕੇ, ਬਹਾਨਾ ਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਕਾਹ ਬਹਾਨੇ ਮੁੜਿਓ ਕਸੂਰ। ਤੇ ਫੌਜਾਂ ਨੂੰ ਕਹਿ ਦਿੱਤਾ ਕਿ ਮੈਨੂੰ ਵਿਆਹ ਕਰਕੇ, ਨਿਕਾਹ ਕਰਕੇ ਵਾਪਸ ਆਪਣੇ ਦੇਸ਼ ਕਸੂਰ ਜਾਣਾ ਪਵੇਗਾ। ਸੁਨੇ ਬਾਤ ਜੋ ਬੰਦਾ ਹਜੂਰ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਸ਼ਮਸ਼ ਖਾਂ ਵਿਵਾਹ ਦੇ ਬਹਾਨੇ ਵਾਪਸ ਕਸੂਰ ਜਾ ਰਿਹਾ ਹੈ, ਬੰਦਾ ਕਹਿਓ ਬਹੁ ਜਾਨ ਨਾ ਪਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਕਿਹਾ, ਖਾਲਸਾ ਜੀ, ਉਹ ਸ਼ਮਸ਼ ਖਾਂ ਭਜਣਾ ਚਾਹੁੰਦਾ ਹੈ ਪਰ ਗੁਰੂ ਕੇ ਸਿੰਘ ਉਹਨੂੰ ਜਾਣ ਨਹੀਂ ਦੇਣਗੇ, ਆਪਾਂ ਸਾਰੇ ਰਲ ਕੇ ਉਹਦਾ ਮੁਕਾਬਲਾ ਕਰੀਏ। ਹੈ ਕੋ ਸੂਰ ਜੋ ਮਾਰ ਲਿਆਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਕੋਈ ਉਤਰੇ ਸਿੰਘ ਸੂਰਮਾ ਜਿਹੜਾ ਸ਼ਮਸ਼ ਖਾਂ ਦਾ ਖਾਤਮਾ ਕਰੇ। ਕਹਿਓ ਸਭਨ ਤੂੰ ਐਸੋ ਆਪ। ਤੇ ਗੁਰੂ ਕੇ ਸਿੰਘ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਹੁਣ ਤੂੰ ਜਰਨੈਲ ਹੈ ਸਾਡਾ, ਇਸ ਕਰਕੇ ਅਸੀਂ ਤੇਰੇ ਨਾਲ ਆਂ, ਤੇਰੇ ਹੁਕਮਾਂ ਵਿੱਚ ਆਂ, ਜਿੱਥੇ ਵੀ ਆਦੇਸ਼ ਹੋਵੇਗਾ ਜਾ ਕਰਕੇ ਸਿਰ ਧੜ ਦੀ ਬਾਜੀ ਲਾਵਾਂਗੇ, ਪਰ ਤੇਰੇ ਤੋਂ ਵੱਡਾ ਜਰਨੈਲ ਕੋਈ ਨਹੀਂ, ਇਸ ਕਰਕੇ ਜਾ ਕਰਕੇ ਸ਼ਮਸ਼ ਖਾਂ ਦਾ ਮੁਕਾਬਲਾ ਇਕੱਠੇ ਕਰੀਏ। ਔਰ ਘਲ ਜਿਸ ਦੇਹ ਪ੍ਰਤਾਪ। ਤੇ ਕਹਿਣ ਲੱਗੇ ਜਾਂ ਕਿਸੇ ਨੂੰ ਥਾਪੜਾ ਦੇ ਕਰਕੇ, ਕਿਸੇ ਨੂੰ ਸ਼ਸਤਰ ਬਖਸ਼ ਕਰਕੇ ਜੇ ਤੁਸੀਂ ਭੇਜਣਾ ਚਾਹੋਗੇ ਉਹ ਸਿੰਘ ਵੀ ਚਲਿਆ ਜਾਵੇਗਾ, ਪਰ ਬਾਬਾ ਬੰਦਾ ਸਿੰਘ ਬਹਾਦਰ ਹੁਣ ਸਮਾਂ ਆ ਗਿਆ ਕਿ ਸ਼ਮਸ਼ ਖਾਂ ਦਾ ਮੁਕਾਬਲਾ ਤੁਹਾਨੂੰ ਖੁਦ ਜਾ ਕੇ ਕਰਨਾ ਚਾਹੀਦਾ ਹੈ। ਯੋ ਸੁਨ ਬੰਦੋ ਆਪੋ ਚੜਿਓ। ਤੇ ਕਹਿੰਦੇ ਜਦੋਂ ਸਿੰਘਾਂ ਨੇ ਵਿਚਾਰ ਰੱਖੀ, ਬਾਬਾ ਬੰਦਾ ਸਿੰਘ ਬਹਾਦਰ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾ ਸੋਧ ਦਿੱਤਾ। ਅਰਦਾਸਾ ਸੋਧ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕਰ ਦਿੱਤੀ। 40 ਅਸਵਾਰ ਸਭੇ ਸੰਗ ਖੜਿਓ। ਤੇ 40 ਗੁਰੂ ਕੇ ਸਿੰਘ ਘੋੜਿਆਂ ਤੇ ਅਸਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਚੜ੍ਹਾਈ ਕਰਦੇ ਨੇ। ਦੌੜ ਬੰਦਾ ਨੇ ਧਾਵੋ ਕੀਓ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 40 ਦੇ 40 ਸਿੰਘ ਦੌੜ ਕੇ ਸ਼ਮਸ਼ ਖਾਂ ਦੇ ਇਲਾਕੇ ਵਿੱਚ ਪਹੁੰਚੇ। ਆਗਾ ਕਸੂਰ ਰਾਹ ਰੁਕਾਇਓ। ਤੇ ਜਿਹੜਾ ਰਸਤਾ ਕਸੂਰ ਵੱਲ ਜਾਂਦਾ ਸੀ, ਕਸੂਰ ਦੇਸ਼ ਨੂੰ ਜਾਂਦਾ ਸੀ, ਜਾ ਕਰਕੇ ਗੁਰੂ ਕਿਆਂ ਸਿੰਘਾਂ ਨੇ ਉਹ ਰਸਤਾ ਰੋਕ ਲਿਆ। ਉਸ ਕਾ ਦਿਲ ਗਮ ਹੁਤੋ ਨਾ ਕੋਈ। ਤੇ ਜਦੋਂ ਖਾਲਸਾ ਜੀ ਪਤਾ ਲੱਗਾ ਕਿ ਸਿੰਘਾਂ ਨੇ ਰਸਤਾ ਰੋਕਿਆ, ਕਹਿੰਦੇ ਸ਼ਮਸ਼ ਖਾਂ ਨੇ ਇਹ ਨਹੀਂ ਕਿਹਾ ਕਿ ਗੁਰੂ ਕਿਆਂ ਸਿੰਘਾਂ ਨੇ ਰਸਤਾ ਰੋਕਿਆ, ਕਹਿਣ ਲੱਗਾ ਇਹ ਗੁਰੂ ਕੇ ਸਿੰਘਾਂ ਦੇ ਰੂਪ ਵਿੱਚ ਆ ਕਰਕੇ ਮੇਰੀ ਮੌਤ ਨੇ ਮੇਰਾ ਰਸਤਾ ਰੋਕਿਆ ਹੈ। ਕਿੰਨਾ ਡਰ ਸੀ, ਪ੍ਰਭਾਵ ਸੀ ਗੁਰੂ ਕੇ ਖਾਲਸੇ ਦਾ। ਕਹਿੰਦਾ ਇਹ ਮੇਰੀ ਮੌਤ ਆ ਚੁੱਕੀ ਹੈ। ਚੱਲਿਓ ਹਾਥੀ ਚੜ ਘਰ ਕੋ ਸੋਈ। ਹਾਥੀ ਤੇ ਚੜ ਕੇ ਜਾ ਰਿਹਾ ਸੀ, ਫਿਰ ਵੀ ਮਨ ਵਿੱਚ ਭੁਲੇਖਾ ਸੀ ਕਿ ਸ਼ਾਇਦ ਹਾਥੀ ਦੇ ਵਿੱਚ ਤਾਕਤ ਹੈ ਤੇ ਹਾਥੀ ਗੁਰੂ ਕੇ ਸਿੰਘਾਂ ਤੋਂ ਬਚਾ ਲਵੇਗਾ। ਸੋ ਬੰਦਾ ਦੂਰੋਂ ਲੱਖ ਲਿਓ। ਪਰ ਕਹਿੰਦੇ ਇਧਰੋਂ ਵੀ ਗੁਰੂ ਕੇ ਸਿੰਘ ਚੜ ਕੇ ਗਏ ਹੋਏ ਸਤਿਗੁਰੂ ਦੇ ਥਾਪੜੇ ਦੇ ਨਾਲ ਲੱਖਾਂ ਵੀ ਹਾਥੀ ਆ ਜਾਣ, ਪਰ ਜੇ ਇੱਕ ਗੁਰੂ ਕੇ ਸਿੰਘ ਅਰਦਾਸ ਕਰਕੇ ਚਲਿਆ ਜਾਵੇ ਤੇ ਹਾਥੀ ਵੀ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੇ।
ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੂਰੋਂ ਵੇਖ ਲਿਆ ਕਿ ਹਾਥੀ ਤੇ ਚੜ੍ਹ ਕਰਕੇ ਸ਼ਮਸ਼ ਖਾਂ ਆ ਰਿਹਾ ਹੈ। ਵਾਂਗਰ ਬਿਜਲੀ ਉਸ ਪਰ ਪਇਓ। ਬਾਬਾ ਬੰਦਾ ਸਿੰਘ ਬਹਾਦਰ ਨੇ ਘੋੜੇ ਤੇ ਖੜੇ ਹੋ ਕਰਕੇ ਘੋੜੇ ਤੋਂ ਛਲਾਂਗ ਮਾਰ ਕੇ ਖਾਲਸਾ ਜੀ ਛਾਲ ਮਾਰੀ ਘੋੜੇ ਤੋਂ ਤੇ ਹਾਥੀ ਦੇ ਉੱਤੇ ਜਾ ਕਰਕੇ ਇਸ ਤਰ੍ਹਾਂ ਝਪੱਟਾ ਮਾਰਿਆ ਜਿਸ ਤਰ੍ਹਾਂ ਕਹਿੰਦੇ ਅਸਮਾਨ ਦੇ ਵਿੱਚੋਂ ਬਿਜਲੀ ਗਿਰ ਗਈ ਹੋਵੇ। ਕਿਨ ਜਾਣਿਓ ਨਾਹੇ। ਕਹਿੰਦੇ ਨੇ ਵੇਖਦੇ ਵੇਖਦੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਝਪਟ ਲਿਆ। ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਕਿਸ ਵਕਤ ਗੁਰੂ ਕਾ ਬੰਦਾ ਗੁਰੂ ਦੇ ਥਾਪੜੇ ਦੇ ਨਾਲ ਆ ਗਿਆ ਹੈ। ਦਇਓ ਤੀਰ ਸੋ ਪਰੋਂ ਫਟ ਜਵਾਹੇ। ਤੇ ਸ਼ਮਸ਼ ਖਾਂ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਾਥੀ ਤੋਂ ਲੱਤ ਮਾਰ ਕੇ ਥੱਲੇ ਗੇਰਿਆ ਤੇ ਇਹ ਕਿਹਾ ਲਲਕਾਰ ਕੇ ਕਿ ਸ਼ਮਸ਼ ਖਾਂ, ਸੂਰਮਿਆਂ ਦਾ ਕੰਮ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਨਹੀਂ ਹੁੰਦਾ। ਜੇ ਤੂੰ ਬਹਾਦਰ ਹੈ ਤੇ ਆਪਣੀ ਤੇਗ ਪਕੜ ਤੇ ਜੰਗ ਦੇ ਮੈਦਾਨ ਵਿੱਚ ਆ ਦੋ ਹੱਥ ਕਰਕੇ ਵੇਖੀ। ਖਾਲਸਾ ਜੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਲਲਕਾਰ ਮਾਰੀ। ਜਦੋਂ ਭੱਜਣ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਵਾਜ਼ ਦੇ ਕਰਕੇ ਖਾਲਸਾ ਜੀ ਇੱਕ ਤੀਰ ਸ਼ਮਸ਼ ਖਾਂ ਵੱਲ ਛੱਡਿਆ ਤੇ ਬੰਦਾ ਸਿੰਘ ਬਹਾਦਰ ਦੇ ਤੀਰ ਦਾ ਸਵਾਦ ਫਿਰ ਜਦੋਂ ਸ਼ਮਸ਼ ਖਾਂ ਨੇ ਚਖਿਆ ਉਸੇ ਵਕਤ ਮੌਤ ਦੇ ਘਾਟ ਉਤਰ ਗਿਆ। ਫਿਰ ਨੇਜਾ ਚੁੱਕ ਬੰਦਾ ਲਗਾਇਆ। ਜਦੋਂ ਤੀਰ ਮਾਰਿਆ ਤੀਰ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਨੇਜਾ ਉਹ ਸ਼ਮਸ਼ ਖਾਂ ਵੱਲ ਛੱਡਿਆ। ਕਰ ਜ਼ਖਮੀ ਹੇਠ ਹਾਥੀਓਂ ਗਿਰਾਇਆ। ਕਹਿੰਦੇ ਇਸ ਤਰ੍ਹਾਂ ਜ਼ਖਮੀ ਕਰਕੇ ਹਾਥੀ ਤੋਂ ਥੱਲੇ ਸੱਟਿਆ ਤੇ ਬਾਅਦ ਵਿੱਚ ਫਿਰ ਸ਼ਮਸ਼ ਖਾਂ ਦਾ ਸੋਧਾ ਲਗਾ ਕਰਕੇ ਭਾਵ ਸ਼ਮਸ਼ ਖਾਂ ਦਾ ਖਾਤਮਾ ਕਰ ਦਿੱਤਾ। ਸੀਸ ਕਾਟ ਲਿਓ ਬੰਦਾ ਚੁਕਾਏ। ਤੇ ਜਿਹੜਾ ਸ਼ਮਸ਼ ਖਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀ, ਸਿੰਘਾਂ ਦੇ ਸਿਰ ਵੱਢਣੇ ਚਾਹੁੰਦਾ ਸੀ, ਗੁਰੂ ਕੇ ਸਿੰਘਾਂ ਦੇ ਕੇਸ ਕਤਲ ਕਰਨੇ ਚਾਹੁੰਦਾ ਸੀ, ਜੋ ਚਾਹੁੰਦਾ ਸੀ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦਾ ਹੀ ਸੀਸ ਕੱਟ ਕਰਕੇ ਚੌਂਕ ਦੇ ਵਿੱਚ ਟੰਗ ਦਿੱਤਾ। ਮੁੜ ਵੜਿਓ ਬਹੁ ਨਿਜ ਫੌਜ ਆਏ। ਤੇ ਉਸ ਦਾ ਖਾਤਮਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵਾਪਸ ਖਾਲਸਾਈ ਫੌਜ ਦੇ ਜਥੇ ਵਿੱਚ ਆ ਕੇ ਸ਼ਾਮਲ ਹੋਏ। ਇਸ ਬਿਦਲੀ ਨੋ ਸ਼ਮਸੂ ਮਾਰ। ਸੋ ਇਸ ਤਰ੍ਹਾਂ ਖਾਲਸਾ ਜੀ ਸ਼ਮਸ਼ ਖਾਂ ਦਾ ਖਾਤਮਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਜਲੀ ਦੀ ਤਰ੍ਹਾਂ ਕਰਕੇ ਵਿਖਾਇਆ। ਅੱਗੇ ਸੁਣੋ ਬਜੀਦਾ ਹਵਾਰੂ। ਹੁਣ ਬਜੀਦ ਖਾਂ ਜਿਹੜਾ ਸ਼ਮਸ਼ ਖਾਂ ਦਾ ਚਾਚਾ ਸੀ, ਕਹਿੰਦੇ ਇਹ ਵੀ ਬੜੀਆਂ ਕਸਮਾਂ ਖਾ ਕੇ ਆਇਆ ਕਿ ਸਿੰਘਾਂ ਨੂੰ ਮਾਰ ਮਕਾਵਾਂਗਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਇਸ ਬਜੀਦ ਖਾਂ ਦਾ ਹਾਲ ਸੁਣੋ ਕਿ ਇਸ ਤਰ੍ਹਾਂ ਇਹਦਾ ਕਿਸ ਤਰ੍ਹਾਂ ਖਾਤਮਾ ਹੋਇਆ। ਦੋਹਰਾ ਪੁੱਤੋ ਬਜੀਦੋ ਜਾਹੇ ਪੜੋ ਬੰਦੋ ਉਦਾਲੋ ਜਾਏ। ਕਹਿੰਦੇ ਜਿੱਥੇ ਬਜੀਦ ਖਾਂ ਨੇ ਜਾ ਕਰਕੇ ਡੇਰਾ ਕੀਤਾ ਸੀ ਤੇ ਲੁਕ ਕੇ ਬੈਠਾ ਸੀ ਨਾ, ਬਾਬਾ ਬੰਦਾ ਸਿੰਘ ਬਹਾਦਰ ਉਸੇ ਥਾਂ ਦੇ ਉੱਤੇ ਜਾ ਕਰਕੇ ਪਹੁੰਚ ਗਏ। ਫੌਜ ਛੋੜ ਭਜ ਉਸ ਗਈ ਕਹਿ ਨੇ ਕਲੰਕ ਭਇਓ ਆਏ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਜੀਦ ਖਾਂ ਦੇ ਤੰਬੂਆਂ ਦੇ ਬਾਹਰ ਜਾ ਕੇ ਅਕਾਲ ਅਕਾਲ ਗੁਰਬਰ ਅਕਾਲ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ, ਕਹਿੰਦੇ ਸਿੰਘਾਂ ਦੀ ਗਰਜਵੀਂ ਆਵਾਜ਼ ਨੂੰ ਸੁਣ ਕੇ ਬਜੀਦ ਖਾਂ ਦੀਆਂ ਸਾਰੀਆਂ ਫੌਜਾਂ ਸਾਰੇ ਸਿਪਾਹੀ ਭੱਜ ਗਏ ਕਿ ਗੁਰੂ ਕਾ ਬੰਦਾ ਆ ਗਿਆ, ਨੇਹ ਕਲੰਕ ਅਵਤਾਰ ਆ ਗਿਆ। ਖਾਲਸਾ ਜੀ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਉਹਨਾਂ ਤੋਂ ਸਿੰਘਾਂ ਦਾ ਜਕਾਰਾ ਵੀ ਨਾ ਝੱਲਿਆ ਗਿਆ ਤੇ ਜਦੋਂ ਫੌਜਾਂ ਵੀ ਛੱਡ ਕੇ ਚਲੀਆਂ ਗਈਆਂ ਹੁਣ ਬਜੀਦ ਖਾਂ ਸੋਚਦਾ ਕਿ ਮੈਂ ਕਿਸ ਤਰ੍ਹਾਂ ਗੁਰੂ ਕੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਾਨ ਛੁਡਾਵਾਂ। ਚਾਉ ਪਈ ਉਸ ਕੋ ਨਠਨੋ ਔਖੋ ਭਇਓ। ਹੁਣ ਬਜੀਦ ਖਾਂ ਦਾ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਬਹੁਤ ਔਖਾ ਹੋ ਗਿਆ। ਮਗਰ ਸ਼ਾਹੇ ਤੈ ਉਨ ਗਮ ਖਇਓ। ਤੇ ਜਿਹੜਾ ਬਾਦਸ਼ਾਹ ਸੀ ਉਹਨੂੰ ਵੀ ਪਤਾ ਲੱਗ ਗਿਆ ਸੀ ਕਿ ਜਿਹੜੇ ਜਰਨੈਲ ਸਿੰਘਾਂ ਨੂੰ ਮਾਰਨ ਵਾਸਤੇ ਭੇਜੇ ਸਿੰਘਾਂ ਨੇ ਵੇਖਦੇ ਵੇਖਦੇ ਹੀ ਖਤਮ ਕਰ ਦਿੱਤੇ ਨੇ। ਲੜਤ ਭਿਰਤ ਬਹੁ ਜ਼ਖਮੀ ਭਇਓ। ਕਿ ਵਜੀਦ ਖਾਂ ਵੀ ਲੜਦਾ ਲੜਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜ਼ਖਮੀ ਹੋ ਗਿਆ ਹੈ। ਘਰ ਕੋ ਜਾਤ ਬਹੁ ਭੀ ਮਰ ਗਇਓ। ਤੇ ਘਰ ਨੂੰ ਭੱਜਣ ਲੱਗਾ ਪਰ ਕਹਿੰਦੇ ਘਰ ਪਹੁੰਚਿਆ ਨਹੀਂ, ਘਰ ਪਹੁੰਚਣ ਤੋਂ ਪਹਿਲਾਂ ਹੀ ਸਿੰਘਾਂ ਨੇ ਮਾਰ ਮੁਕਾਇਆ। ਦੋਹਰਾ ਫੇਰ ਘੇਰ ਕੈ ਉਨਾ ਕੋ
ਬੰਦਾ ਜੀ ਲੈ ਮਾਰੋ। ਤੇ ਜਿਹੜੇ ਦੂਸਰੇ ਸਿਪਾਹੀ ਜਰਨੈਲ ਵੀ ਖਾਲਸਾ ਜੀ ਸਿੰਘਾਂ ਤੇ ਵਾਧੀ ਕਰਨ ਵਾਸਤੇ ਆਏ, ਜਿਨ੍ਹਾਂ ਨੇ ਸਿੰਘਾਂ ਦੇ ਘਰਾਂ ਨੂੰ ਲੁੱਟਿਆ, ਉਹਨਾਂ ਨੂੰ ਵੀ ਘੇਰ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਮੌਤ ਦੇ ਘਾਟ ਉਤਾਰਿਆ। ਤੁਰਕ ਸਭੇ ਬੈਠੇ ਤਬੈ ਬੰਦਾ ਕੋਲੋਂ ਹਾਰੋ। ਹੁਣ ਜਿੰਨੇ ਵੀ ਮੁਗਲ ਹਕੂਮਤ ਦੇ ਸਿਪਾਹੀ ਸੀ, ਫੌਜਾਂ ਸਨ, ਜਰਨੈਲ ਸਨ, ਉਹ ਸਾਰੇ ਹੀ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਹਾਰ ਕੇ ਬੈਠ ਗਏ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸਾਰੇ ਹਾਰ ਗਏ। ਪੰਜਾਬ ਦੇ ਉੱਤੇ 22 ਸੂਬਿਆਂ ਦੇ ਉੱਤੇ ਖਾਲਸੇ ਦਾ ਰਾਜ ਬੁਲੰਦ ਹੋਇਆ, ਖਾਲਸੇ ਦੇ ਨਿਸ਼ਾਨ ਚਲਾਏ ਗਏ। ਅੱਜ ਭਾਵੇਂ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚੋਂ ਅਸੀਂ ਬਹੁਤ ਪਹਿਲੂ ਭੁੱਲ ਜਾਂਦੇ ਹਾਂ, ਪਰ ਇਹ ਸੱਚ ਹੈ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿ ਕਰਕੇ ਯਾਦ ਕੀਤਾ ਜਾਂਦਾ ਹੈ, ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਦੋਂ ਰਾਜ ਸਥਾਪਿਤ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਫਿਰ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ, ਉਹ ਵੀ ਸਿੱਖ ਪੰਥ ਦੇ ਬਾਦਸ਼ਾਹ ਬਣੇ। ਉਸ ਤੋਂ ਬਾਅਦ ਫਿਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਲਾਲ ਕਿਲੇ ਦੇ ਉੱਤੇ 19 ਵਾਰ ਨਿਸ਼ਾਨ ਸਾਹਿਬ ਚਲਾਇਆ, ਜਿਨ੍ਹਾਂ ਨੇ ਲਾਹੌਰ ਦਾ ਕਿਲਾ ਫਤਿਹ ਕੀਤਾ, ਉਹ ਵੀ ਖਾਲਸਾ ਜੀ ਸੁਲਤਾਨੁਲ ਕੌਮ ਉਹਨਾਂ ਨੂੰ ਕਹਿ ਕਰਕੇ ਪੰਥ ਨੇ ਨਵਾਜਿਆ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤੇ। ਪਰ ਜੋ ਗੁਰੂ ਕੇ ਉੱਤੇ ਭਰੋਸਾ ਰੱਖਦੇ ਨੇ, ਪ੍ਰੇਮ ਰੱਖਦੇ ਨੇ, ਉਹਨਾਂ ਦੇ ਮਨ ਵਿੱਚ ਇੱਕ ਚਾਹ ਹੁੰਦਾ ਹੈ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ। ਗੁਰੂ ਕੇ ਸਿੰਘ ਵਾਸਤੇ ਬਾਣੀ ਪੜਨ ਵਾਲੇ ਸਿੰਘ ਹੋਣ ਖਾਲਸਾ ਜੀ, ਤੇ ਪੁਰਾਤਨ ਸਮੇਂ ਵਿੱਚ ਆਪਾਂ ਦੇਖਦੇ ਹਾਂ ਕਿ ਉਹਨਾਂ ਵਾਸਤੇ ਸਭ ਤੋਂ ਵੱਡੀ ਦਾਤ ਹੁੰਦੀ ਸੀ ਸ਼ਹਾਦਤ ਦੀ ਦਾਤ। ਉਹ ਚਾਹੁੰਦੇ ਸਨ ਕਿ ਸਤਿਗੁਰੂ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਸ਼ਹੀਦੀ ਪਾ ਦੇਣ, ਸ਼ਹਾਦਤ ਪਾ ਦੇਣ। ਸੋ ਕਹਿੰਦੇ ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸ਼ਹਾਦਤਾਂ ਦਾ ਜਾਮ ਪੀਤਾ। ਹੁਣ ਜਦੋਂ ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀ, ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾਇਆ ਗਿਆ, ਖਾਲਸਾ ਜੀ ਮੁਗਲ ਹਕੂਮਤਾਂ ਨੇ ਘੇਰਾ ਪਾਇਆ, ਸਿੰਘਾਂ ਦੇ ਉੱਤੇ ਵਾਧੀ ਕੀਤੀ, ਤੇ ਕਹਿੰਦੇ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾਇਆ ਗਿਆ, ਉਸ ਵਕਤ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਗੜੀ ਦੇ ਅੰਦਰ ਅੰਨ ਪਾਣੀ ਭੇਜੇਗਾ, ਉਹਦੇ ਪਰਿਵਾਰ ਸਮੇਤ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਹ ਐਲਾਨ ਕਰ ਦਿੱਤਾ ਵੀ ਕੋਈ ਵੀ ਸਿੰਘਾਂ ਦੀ ਮਦਦ ਨਹੀਂ ਕਰ ਸਕਦਾ। ਇੰਨਾ ਔਖਾ ਸਮਾਂ ਉਸ ਵਕਤ ਗੁਰੂ ਕਿਆਂ ਸਿੰਘਾਂ ਨੇ ਕੱਢਿਆ। ਇਹ ਵੀ ਇਤਿਹਾਸ ਵਿੱਚ ਮਿਲਦਾ ਹੈ ਕਿ ਗੁਰੂ ਕੇ ਖਾਲਸੇ ਆਪਣੇ ਪੱਟਾਂ ਦਾ ਮਾਂਸ ਵੀ ਚੀਰ ਕਰਕੇ ਗੁਜ਼ਾਰਾ ਕਰਦੇ ਰਹੇ, ਇੰਨੇ ਮਾੜੇ ਹਾਲਾਤ ਬਣ ਗਏ। ਪਰ ਫਿਰ ਵੀ ਵੇਖੋ, ਸਾਡੇ ਵੱਡੇ ਵਡੇਰੇ, ਸਾਡੇ ਪੂਰਵਜ ਸਿੱਖੀ ਤੋਂ ਦੂਰ ਨਾ ਹੋਏ, ਸਤਿਗੁਰੂ ਤੋਂ ਦੂਰ ਨਾ ਹੋਏ। ਸੋ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਤੇ ਅਰਦਾਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕਿਰਪਾ ਕਰਕੇ ਸ਼ਹਾਦਤ ਦੀ ਦਾਤ ਲਈ। ਕਿਉਂਕਿ ਕਲਗੀਧਰ ਪਾਤਸ਼ਾਹ ਦੀ ਕਿਰਪਾ ਤੋਂ, ਰਹਿਮਤ ਤੋਂ ਬਿਨਾਂ ਕੋਈ ਸ਼ਹਾਦਤ ਦਾ ਜਾਮ ਨਹੀਂ ਪੀ ਸਕਦਾ। ਉਹਦੀ ਬਖਸ਼ਿਸ਼ ਹੋਵੇ ਤਾਂ ਜਾ ਕੇ ਸ਼ਹਾਦਤ ਹੁੰਦੀ ਹੈ। ਜਿਵੇਂ ਇੱਕ ਪ੍ਰੇਮ ਵਾਲੀ ਰੂਹ ਨੇ ਲਿਖਿਆ, ਉਹਦੀ ਯਾਦ ਆਵੇ ਤਾਂ ਇਬਾਦਤ ਹੁੰਦੀ ਏ, ਜੇ ਇਸ਼ਕ ਹੋ ਜਾਵੇ ਫਿਰ ਸ਼ਹਾਦਤ ਹੁੰਦੀ ਏ। ਸਾਈਂ ਦੇ ਚਰਨਾਂ ਵਿੱਚ ਪਿਆਰੇ ਕੱਖ ਹੋ ਜਾਂਦੇ ਨੇ, ਜੇ ਮੁਹੱਬਤ ਹੋ ਜਾਵੇ ਸਿਰ ਧੜ ਨਾਲੋਂ ਵੱਖ ਹੋ ਜਾਂਦੇ ਨੇ। ਜੇ ਪਿਆਰ ਹੋਵੇ ਕਲਗੀਧਰ ਪਾਤਸ਼ਾਹ ਨਾਲ ਤਾਂ ਇਬਾਦਤ ਹੈ, ਭਗਤੀ ਹੈ। ਤੇ ਜੇ ਸੱਚਮੁੱਚ ਪਿਆਰ ਹੋਵੇ ਤੇ ਗੁਰੂ ਕਾ ਸਿੰਘ ਆਪਣਾ ਸਿਰ ਵੀ ਗੁਰੂ ਕੇ ਚਰਨਾਂ ਦੇ ਲੇਖੇ ਲਾਉਣ ਤੋਂ ਪਿੱਛੇ ਨਹੀਂ ਹਟਦਾ, ਗੁਰੂ ਵਾਸਤੇ ਤਨ ਕੁਰਬਾਨ ਕਰਨ ਤਾਈਂ ਜਾਂਦਾ ਹੈ। ਸੋ ਇਹ ਸ਼ਹਾਦਤ ਦੀ ਦਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤੀ। ਤੋਹਰਾ ਤਬ ਬੰਦੇ ਸਦ ਸਿੱਖ ਸਭ ਐਸੇ ਕਹਿਓ ਚਾਰ। ਹੁਣ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ, ਲੰਮਾ ਸਮਾਂ ਬਤੀਤ ਹੋਇਆ, ਤੇ ਉਸ ਵਕਤ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਲ ਦੇ ਸਿੱਖ ਸਿਪਾਹੀਆਂ ਨੂੰ, ਗੁਰੂ ਕਿਆਂ ਸਿੰਘਾਂ ਨੂੰ ਕੋਲ ਬੁਲਾ ਕਰਕੇ ਇੱਕ ਵਿਚਾਰ ਕੀਤੀ। ਅਬ ਹਮ ਤੁਰਕਨ ਸਿਰ ਦੇਵੈ ਸੁੱਟ ਦੇਵੋ ਹਥਿਆਰ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਸਿੰਘੋ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜਾ ਕਰਕੇ ਸਿਰ ਧੜ ਦੀ ਬਾਜੀ ਲਾਈਏ। ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਿਰ ਸੀਸ ਕੁਰਬਾਨ ਕੀਤਾ,
ਧਰਮ ਦੀ ਪੱਤ ਰੱਖੀ। ਹੁਣ ਗੁਰੂ ਦੇ ਭਾਣੇ ਦੇ ਵਿੱਚ ਚੱਲਦੇ ਹੋਏ ਅਸੀਂ ਵੀ ਹਥਿਆਰ ਛੱਡ ਕਰਕੇ ਆਪਣਾ ਸਿਰ ਧੜ ਦੀ ਬਾਜੀ ਲਾ ਕਰਕੇ ਸ਼ਹਾਦਤ ਦਾ ਜਾਮ ਪੀਏ। ਚਉਪਈ ਸੋ ਬਾਤ ਸਿੱਖਨ ਮੰਨ ਲਈ। ਕਹਿੰਦੇ ਉਹੀ ਬਾਤ ਗੁਰੂ ਕਿਆਂ ਸਿੰਘਾਂ ਨੇ ਮੰਨ ਲਈ। ਖਾਲਸਾ ਜੀ ਵੇਖੋ ਕਿਆਸਾ ਪਿਆਰ ਇਤਫਾਕ ਗੁਰੂ ਕਿਆਂ ਸਿੰਘਾਂ ਵਿੱਚ ਹੋਵੇਗਾ ਕਿ ਜੇ ਜਰਨੈਲ ਨੇ ਕਿਹਾ ਸ਼ਸਤਰ ਪਕੜ ਕਰਕੇ ਜੰਗ ਦੇ ਵਿੱਚ ਮੁਕਾਬਲਾ ਕਰੋ ਤੇ ਸਿੰਘਾਂ ਨੇ ਸ਼ਸਤਰ ਪਕੜ ਕੇ ਮੁਕਾਬਲਾ ਕੀਤਾ। ਤੇ ਜੇ ਗੁਰੂ ਕੇ ਸਿੰਘਾਂ ਨੇ ਵੇਖਿਆ ਕਿ ਜਰਨੈਲ ਨੇ ਕਿਹਾ ਹੁਣ ਸ਼ਹਾਦਤ ਦੇਣੀ ਹੈ, ਹੁਣ ਮਰਨਾ ਪੈਣਾ ਹੈ, ਤੇ ਉਦੋਂ ਵੀ ਗੁਰੂ ਕੇ ਸਿੱਖ ਮਰਨ ਤੋਂ ਪਿੱਛੇ ਨਹੀਂ ਹਟੇ, ਆਪਣੇ ਆਗੂ ਆਪਣੇ ਜਰਨੈਲ ਦੀ ਬਾਤ ਨੂੰ ਸੱਤ ਕਰਕੇ ਮੰਨਿਆ। ਸੋ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਹੁਣ ਮਰਨਾ ਹੈ, ਸ਼ਹਾਦਤ ਦੇਣੀ ਹੈ, ਉਹ ਬਾਤ ਵੀ ਗੁਰੂ ਕਿਆਂ ਸਿੰਘਾਂ ਨੇ ਸੱਤ ਕਰਕੇ ਮੰਨ ਲਈ। ਕਿਨੈ ਨਾ ਅੱਗਿਓਂ ਗੱਲ ਉਲਟਈ। ਕਹਿੰਦੇ ਇੱਕ ਵੀ ਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨੂੰ ਮੋੜਿਆ ਨਾ। ਕਿਸੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਨੁੱਕਰ ਨਾ ਕੀਤੀ। ਜਾਏ ਸਕਿਓ ਜੋ ਬੰਦਾ ਪਾਸ। ਕਹਿੰਦੇ ਜਿਹੜਾ ਵੀ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਉੱਠ ਕੇ ਗਿਆ, ਧਰੇ ਸ਼ਸਤਰ ਜਾ ਅੱਗੇ ਤਾਸ। ਕਹਿੰਦੇ ਆਪਣੇ ਸ਼ਸਤਰ ਗਾਤਰਿਆਂ ਦੇ ਵਿੱਚੋਂ ਕੱਢ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਰੱਖ ਦਿੱਤੇ। ਵੱਡੇ ਦਰਵਾਜ਼ੇ ਸੋ ਦਏ ਖੋਲ। ਤੇ ਗੁਰੂ ਕਿਆਂ ਸਿੰਘਾਂ ਨੇ ਗੜੀ ਦੇ ਵੱਡੇ ਦਰਵਾਜ਼ੇ ਵੀ ਖੋਲ ਦਿੱਤੇ। ਕੋ ਮਾਰੋ ਹਮ ਉਨ ਕਹਿਓ ਬੋਲ। ਤੇ ਇਹ ਐਲਾਨ ਕੀਤਾ ਕਿ ਹੁਣ ਅਸੀਂ ਸ਼ਹਾਦਤਾਂ ਦੇ ਜਾਮੇ ਪੀਣ ਵਾਸਤੇ ਤਿਆਰ ਹਾਂ। ਜੇ ਤੁਹਾਡੇ ਵਿੱਚੋਂ ਕਿਸੇ ਵਿੱਚ ਵੀ ਤਾਕਤ ਹੈ ਤੇ ਆ ਕਰਕੇ ਸਾਨੂੰ ਮਾਰ ਕੇ ਵਿਖਾਵੇ। ਕਈਆਂ ਸ਼ਸਤਰ ਉਨ ਵੱਲ ਫੈਂਕੇ। ਤੇ ਕਹਿੰਦੇ ਕਈਆਂ ਨੇ ਉਹਨਾਂ ਸਿਪਾਹੀਆਂ ਨੂੰ ਸ਼ਸਤਰ ਵਿਖਾ ਕਰਕੇ ਉਹਨਾਂ ਦੀ ਤਰਫ ਸ਼ਸਤਰ ਰੱਖ ਦਿੱਤੇ ਕਿ ਅਸੀਂ ਹੁਣ ਲੜਾਂਗੇ ਨਹੀਂ ਬਲਕਿ ਸ਼ਹਾਦਤਾਂ ਦੇ ਜਾਮ ਪੀਵਾਂਗੇ। ਕਈਆਂ ਭੰਨ ਸਾੜੇ ਠਾਂਕੇ। ਤੇ ਖਾਲਸਾ ਜੀ ਕਈਆਂ ਨੇ ਜਿਹੜੇ ਕਿ ਬਰੂਦ ਸੀ, ਬੰਦੂਕਾਂ ਸੀ, ਉਹ ਭੰਨ ਦਿੱਤੀਆਂ ਕਿ ਹੁਣ ਲੜਨਾ ਨਹੀਂ, ਹੁਣ ਮਰ ਕੇ ਵਿਖਾਵਾਂਗੇ। ਦੋਹਰਾ ਤਬ ਨਵਾਬ ਨੇ ਸੁਣ ਲਈ ਕਹੀ ਜੋ ਬੰਦੇ ਬਾਤ। ਹੁਣ ਨਵਾਬ ਨੂੰ ਪਤਾ ਲੱਗ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕਿਹਾ ਹੈ। ਖੁਸ਼ੀ ਭਈ ਸ਼ਾਦੀ ਆਈ ਮਨ ਮੈਂ ਸੋ ਗਰਬਾਤ। ਮਨ ਦੇ ਵਿੱਚ ਹੰਕਾਰ ਆ ਗਿਆ, ਬੜੀਆਂ ਖੁਸ਼ੀਆਂ ਹੋਈਆਂ ਕਿ ਜਿਨ੍ਹਾਂ ਨੂੰ ਮਾਰਨਾ ਮਕਾਉਣਾ ਬਹੁਤ ਮੁਸ਼ਕਲ ਸੀ, ਉਹ ਆਪਣੇ ਆਪ ਹੀ ਸ਼ਹਾਦਤਾਂ ਦੇਣ ਨੂੰ ਤਿਆਰ ਹੋ ਗਏ, ਮਰਨ ਨੂੰ ਤਿਆਰ ਹੋ ਗਏ। ਪਰ ਇਹ ਸੱਚ ਹੈ ਖਾਲਸਾ ਜੀ ਕਿ ਗੁਰੂ ਕੇ ਸਿੰਘ ਮਰ ਕੇ ਵੀ ਨਹੀਂ ਮਰਦੇ, ਸਦਾ ਵਾਸਤੇ ਅਮਰ ਹੋ ਜਾਂਦੇ ਨੇ। ਪਰ ਜਿਹੜੇ ਸੰਸਾਰ ਤੇ ਜਿਉਂਦੇ ਨੇ ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਜਾਂਦੀਆਂ, ਅਸਲ ਵਿੱਚ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਪਰ ਗੁਰੂ ਕੇ ਖਾਲਸੇ, ਗੁਰੂ ਕੇ ਸਿੰਘ, ਉਹਨਾਂ ਦੀ ਜ਼ਮੀਰਾਂ ਨਹੀਂ ਮਰੀਆਂ, ਉਹਨਾਂ ਸਿਦਕ ਨਹੀਂ ਹਾਰੇ, ਪਰ ਉਹ ਮਰ ਕੇ ਵੀ ਅਮਰ ਹੋ ਗਏ। ਤੇ ਉਹਨਾਂ ਸਿੰਘਾਂ ਦੀਆਂ ਸ਼ਹਾਦਤਾਂ ਦਾ ਸਦਕਾ ਹੀ ਅੱਜ ਤੱਕ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਹੈ। ਛੰਦ ਸ਼ਸਤਰ ਸੁਟਾਏ ਨਵਾਬ ਸੁਨ ਪਾਏ। ਕਹਿੰਦੇ ਗੁਰੂ ਕਿਆਂ ਸਿੰਘਾਂ ਨੇ ਸ਼ਸਤਰ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਰੱਖ ਦਿੱਤੇ, ਇਹ ਨਵਾਬ ਨੇ ਸੁਣ ਲਿਆ। ਨਵਾਬ ਗਰਬਾਇਓ ਨਹਿ ਅੰਗ ਸਮਾਇਓ। ਕਹਿੰਦੇ ਜਦੋਂ ਨਵਾਬ ਨੂੰ ਪਤਾ ਲੱਗਾ ਵੀ ਸ਼ਸਤਰ ਤਿਆਗ ਦਿੱਤੇ, ਬੜੀ ਖੁਸ਼ੀ ਹੋਈ, ਉਹਦੇ ਪੈਰ ਜ਼ਮੀਨ ਤੇ ਨਹੀਂ ਸਣ ਲੱਗ ਰਹੇ। ਤਿੰਨ ਲੋਕ ਸਦਾਏ ਵੱਲ ਬੰਦਾ ਕਲਾਏ। ਪਰ ਮਨ ਵਿੱਚ ਡਰ ਵੀ ਬੜਾ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਨਾ ਜਾਵਾਂ। ਭਾਵੇਂ ਸ਼ਸਤਰ ਸੱਟ ਵੀ ਦਿੱਤੇ ਪਰ ਫਿਰ ਵੀ ਮਨ ਵਿੱਚ ਡਰ ਹੈ। ਤੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਤੁਸੀਂ ਜਾਓ, ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਗ੍ਰਿਫਤਾਰ ਕਰ ਲਓ। ਬੰਦਾ ਫੜ ਲਿਆਓ ਨਹ ਦੇਰ ਲਗਾਓ। ਹੁਕਮ ਦਿੱਤਾ ਕਿ ਦੇਰ ਨਾ ਲਾਓ, ਸਮਾਂ ਵਿਅਰਥ ਨਾ ਗਵਾਓ, ਜਲਦੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਓ। ਦੋਹਰਾ ਫਿਰ ਨਵਾਬ ਸਭ ਸੱਦ ਕਹਿਓ ਥੋ ਜਿਤਨੇ ਫੌਜਦਾਰ। ਇਹ ਹੁਕਮ ਨਵਾਬ ਨੇ ਸਾਰੇ ਫੌਜਦਾਰਾਂ ਨੂੰ ਦੇ ਦਿੱਤੇ। ਬੰਦਾ ਸ਼ਸਤਰ ਸੁੱਟ ਦਏ ਉਸ ਮਾਰਨ ਨਹਿ ਦਰਕਾਰ। ਤੇ ਐਲਾਨ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਸਤਰ ਰੱਖ ਦਿੱਤੇ ਨੇ, ਇਸ ਕਰਕੇ ਫੜਨਾ ਬਹੁਤ ਸੁਖੈਲਾ ਹੋ ਚੁੱਕਿਆ ਹੈ। ਜਲਦੀ ਜਾਓ, ਦੇਰੀ ਨਾ ਲਗਾਓ, ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਨਾਲ ਦੇ ਸਿੱਖਾਂ ਨੂੰ ਬੰਦੀ ਬਣਾ ਲਓ। ਛੰਦ ਸੋ ਸੁਨ ਕੇ ਦੌੜੇ ਕਈ ਲੁੱਟਣ ਧੌੜੇ
ਕਹਿੰਦੇ ਇਹ ਬਾਤ ਸੁਣ ਕਰਕੇ ਫੌਜਦਾਰ ਤੇ ਮੁਗਲ ਹਕੂਮਤ ਦੇ ਜਰਨੈਲ ਸਿੱਖਾਂ ਵੱਲ ਦੌੜੇ, ਗੁਰਦਾਸ ਨੰਗਲ ਦੀ ਗੜੀ ਵੱਲ ਦੌੜੇ ਕਿ ਜਾ ਕਰਕੇ ਸਿੰਘਾਂ ਨੂੰ ਲੁੱਟਾਂਗੇ, ਸਿੰਘਾਂ ਨੂੰ ਖਤਮ ਕਰ ਦਿਆਂਗੇ। ਉਨ ਏਮ ਸਿੱਖ ਜਾਤੇ ਜਿਨ ਉਂਗੇ ਮਾਤੇ। ਪਰ ਖਾਲਸਾ ਜੀ ਫਿਰ ਵੀ ਕਹਿੰਦੇ ਨੇ ਸਿੱਖਾਂ ਦਾ ਪ੍ਰਭਾਵ ਸੀ, ਪ੍ਰਤਾਪ ਸੀ ਕਿ ਭਾਵੇਂ ਸਿੱਖਾਂ ਵੱਲ ਵੱਧਦੇ ਜਾਂਦੇ, ਪਰ ਜਦੋਂ ਸਿੱਖਾਂ ਦੇ ਦਗਦਗ ਕਰਦੇ ਚਿਹਰੇ ਵੇਖਦੇ ਇੱਕ ਵਾਰ ਮਨ ਵਿੱਚ ਡਰ ਜ਼ਰੂਰ ਆਉਂਦਾ ਹੈ। ਚਉਪਈ ਲਿਓ ਚੁਫੇਰਿਓ ਚੁਬਾਰੋ ਘੇਰੋ। ਇਸ ਕਰਕੇ ਸਿੱਖਾਂ ਨੂੰ ਘੇਰਾ ਨਹੀਂ ਪਾਇਆ। ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀ ਨਾ, ਉਸ ਗੜੀ ਦੇ ਜਿਹੜੇ ਚੁਬਾਰੇ ਸਨ ਜਾਂ ਗੜੀ ਦੀਆਂ ਕੰਧਾਂ ਸਨ, ਦੀਵਾਰਾਂ ਸਨ, ਉਸ ਕੰਧਾਂ ਨੂੰ ਦੀਵਾਰਾਂ ਨੂੰ ਘੇਰਾ ਪਾਇਆ। ਡਰਦੇ ਸਿੰਘਾਂ ਕੋਲ ਨਹੀਂ ਗਏ ਕਿ ਇਹਨਾਂ ਭਾਵੇਂ ਸ਼ਸਤਰ ਸੁੱਟ ਵੀ ਦਿੱਤੇ ਨੇ, ਪਰ ਇਹਨਾਂ ਵਿੱਚ ਤਾਕਤ ਹੈ, ਇਹ ਬਿਨਾਂ ਸ਼ਸਤਰਾਂ ਤੋਂ ਵੀ ਸਾਡੇ ਮੂੰਹ ਭੰਨ ਸਕਦੇ ਨੇ। ਖਾਲਸਾ ਜੀ ਡਰਦੇ ਸਿੰਘਾਂ ਕੋਲ ਨਹੀਂ ਜਾਂਦੇ। ਉਦੋਂ ਵੀ ਗੁਰਦਾਸ ਨੰਗਲ ਦੀ ਜੋ ਗੜੀ ਹੈ, ਉਸ ਗੜੀ ਨੂੰ ਕੰਧਾਂ ਨੂੰ ਘੇਰਾ ਪਾਉਂਦੇ, ਚੁਬਾਰਿਆਂ ਨੂੰ ਘੇਰਾ ਪਾਉਂਦੇ ਨੇ। ਤਉ ਭੀ ਦਿਸੇ ਉਸ ਸਸਕਤ ਸ਼ੇਰ। ਕਿਉਂਕਿ ਕਹਿੰਦੇ ਜਦੋਂ ਚੁਬਾਰਿਆਂ ਨੂੰ ਘੇਰਾ ਪਾਇਆ ਤੇ ਜਦੋਂ ਸਾਹਮਣੇ ਬੱਬਰ ਸ਼ੇਰਾਂ ਵਰਗੇ ਗੁਰੂ ਕੇ ਸਿੱਖ ਵੇਖੇ, ਕਹਿੰਦੇ ਉਦੋਂ ਫਿਰ ਮਨ ਦੇ ਵਿੱਚ ਡਰ ਆਉਂਦਾ ਹੈ, ਉਦੋਂ ਫਿਰ ਪਰਾਂ ਹੋ ਕਰਕੇ ਲੁਕ ਕੇ ਬੈਠਦੇ ਨੇ। ਡਰ ਕਰ ਕੋ ਨੇਰ ਨਾ ਆਵੈ। ਡਰਦੇ ਗੁਰੂ ਕਿਆਂ ਸਿੰਘਾਂ ਦੇ ਨਜ਼ਦੀਕ ਵੀ ਨਹੀਂ ਜਾਂਦੇ। ਭੈ ਕਰ ਮਨ ਮੈਂ ਬਹੁ ਸ਼ੰਕਾਵੈ। ਤੇ ਮਨ ਦੇ ਵਿੱਚ ਡਰ ਰੱਖ ਕੇ ਇਹ ਸੋਚਦੇ ਨੇ ਕਿ ਕਿਤੇ ਗੁਰੂ ਕੇ ਸਿੰਘ ਸਾਨੂੰ ਪਕੜ ਨਾ ਲੈਣ। ਦੋਹਰਾ ਧੁਕ ਚੁਬਾਰੇ ਢਿੱਗ ਖੜੇ ਅੰਦਰ ਬੜਨੋ ਸ਼ੰਕਾ ਹੈ। ਕਹਿੰਦੇ ਨੇ ਚਬਾਰਿਆਂ ਦੇ ਕੋਲ ਹੀ ਲੰਮਾ ਸਮਾਂ ਖੜੇ ਰਹੇ, ਦੀਵਾਰਾਂ ਦੇ ਓਲੇ ਹੋ ਕਰਕੇ ਖੜੇ ਰਹੇ, ਪਰ ਕੋਈ ਵੀ ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਡਰਦਾ ਨਹੀਂ ਜਾਂਦਾ। ਚੁੱਪ ਕੀਤੋ ਬੰਦੋ ਦੇਖ ਕੇ ਤਉ ਜਾਏ ਫੜੀ ਤੇਹ ਬਾਹੇ। ਲੰਮਾ ਸਮਾਂ ਜਦੋਂ ਚੁਬਾਰੇ ਦੇ ਓਲੇ ਖੜੇ ਰਹੇ, ਵੇਖਿਆ ਕਿ ਗੁਰੂ ਕੇ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਖਾਮੋਸ਼ ਬੈਠੇ ਨੇ, ਅਡੋਲ ਬੈਠੇ ਨੇ, ਤੇ ਸਾਰਿਆਂ ਨੇ ਸਲਾਹ ਕੀਤੀ ਕਿ ਇੱਕੋ ਵਾਰ ਹੱਲਾ ਬੋਲੀਏ। ਕਹਿੰਦੇ ਡਰਦੇ ਡਰਦੇ ਸਾਰੇ ਇੱਕੋ ਵਾਰ ਦੇ ਵਿੱਚ ਗੜੀ ਦੇ ਅੰਦਰ ਗਏ ਤੇ ਜਾਂਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਾਹਾਂ ਨੂੰ ਪਕੜ ਲਿਆ। ਚਉਪਈ ਫੜ ਬੰਦੇ ਕੋ ਬਾਹਰ ਲਿਆਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕਰਕੇ ਬਾਹਰ ਲਿਆਏ। ਲੋਹ ਪਿੰਜਰੇ ਤਬ ਲਿਓ ਪਾਏ। ਤੇ ਨਾਲ ਦੀ ਨਾਲ ਲੋਹੇ ਦੇ ਪਿੰਜਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ। ਔਰ ਸੰਗਲ ਥਾਏ ਚਾਰ ਅੜਾਏ। ਤੇ ਚਾਰ ਤਰ੍ਹਾਂ ਦੇ ਸੰਗਲ, ਵੱਡੇ ਵੱਡੇ ਸੰਗਲ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਪਾ ਦਿੱਤੇ। ਪੱਗ ਬੇੜੀ ਗਲ ਤਬਕ ਕਥਾਏ। ਕਹਿੰਦੇ ਨੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੱਤੀਆਂ ਖਾਲਸਾ ਜੀ, ਹੱਥਾਂ ਦੇ ਵਿੱਚ ਵੀ ਬੇੜੀਆਂ ਪਾ ਦਿੱਤੀਆਂ, ਲੱਕ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ। ਹੱਥ ਹਥੌੜੀ ਲੱਕ ਜੰਜੀਰ। ਹੱਥਾਂ ਤੋਂ ਲੈ ਕਰਕੇ ਲੱਕ ਤੱਕ ਕਹਿੰਦੇ ਜੰਜੀਰਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਕੜ ਦਿੱਤਾ। ਬੰਦਾ ਬੰਦਿਓ ਇਤ ਤਤਬੀਰ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਅੰਦਰ ਇਸ ਤਰੀਕੇ ਦੇ ਨਾਲ ਬੰਨ੍ਹ ਕੇ ਦਿੱਲੀ ਲਿਆਉਣ ਦੀ ਤਿਆਰੀ ਕਰਨ ਲੱਗੇ। ਦੋਏ ਤਰਫ ਦੋਏ ਮੁਗਲ ਬਹਾਏ। ਤੇ ਪਿੰਜਰੇ ਦੇ ਵਿੱਚ ਰੱਖ ਕੇ ਦੋਵੇਂ ਤਰਫਾਂ ਵੱਲ ਸਿਪਾਹੀ ਖੜੇ ਹੋ ਗਏ। ਪਿੰਜਰੇ ਦੇ ਸੱਜੇ ਤੇ ਖੱਬੇ ਮੁਗਲ ਹਕੂਮਤ ਦੇ ਸਿਪਾਹੀਆਂ ਨੇ ਪਹਿਰਾ ਲਗਾ ਦਿੱਤਾ ਕਿ ਕਿਤੇ ਪਿੰਜਰਾ ਤੋੜ ਕੇ ਭੱਜੇ ਨਾ। ਪਰ ਖਾਲਸਾ ਜੀ ਇਹ ਮੈਂ ਬੇਨਤੀ ਕਰਾਂ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਫੈਸਲਾ ਸ਼ਹਾਦਤ ਦੇਣ ਦਾ, ਤੇ ਉਹ ਖੁਦ ਗੁਰੂ ਕੇ ਸਿੰਘ ਦਾ ਹੁੰਦਾ। ਜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ, ਸਤਿਗੁਰੂ ਨੇ ਸ਼ਹੀਦੀ ਦਿੱਤੀ ਹੈ, ਤੇ ਸੰਸਾਰ ਦੀ ਹਕੂਮਤ ਵਿੱਚ ਤਾਕਤ ਨਹੀਂ ਕਿ ਮਹਾਰਾਜ ਨੂੰ ਸ਼ਹੀਦ ਕਰ ਸਕੇ। ਇਹ ਤੇ ਸਤਿਗੁਰੂ ਦੀ ਮੌਜ ਹੈ ਕਿ ਸਤਿਗੁਰੂ ਇੱਕ ਨਿਆਰਾ ਕਰਮ ਕਰ ਰਹੇ ਨੇ। ਕਿਉਂਕਿ ਜਦੋਂ ਲਹੂ ਪਵਿੱਤਰ ਆਤਮਾ ਦਾ ਧਰਤੀ ਤੇ ਡੁੱਲਦਾ ਹੈ ਤੇ ਸੰਸਾਰ ਤੇ ਕ੍ਰਾਂਤੀ ਆਉਂਦੀ ਹੈ। ਸਤਿਗੁਰੂ ਦੀ ਮੌਜ ਸੀ ਤਾਂ ਸਤਿਗੁਰੂ ਸ਼ਹੀਦ ਹੋਏ। ਤੇ ਜੇ ਧੰਨ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ, ਦਿੱਲੀ ਜਾ ਕਰਕੇ ਸਿਰ ਦਿੱਤਾ, ਤੇ ਉਹ ਵੀ ਕਿਸੇ ਬਾਦਸ਼ਾਹ ਦੀ ਤਲਵਾਰ ਵਿੱਚ ਤਾਕਤ ਨਹੀਂ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਜੁਦਾ ਕਰ ਸਕੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੁਦ ਸ਼ਹਾਦਤ ਦੀ ਇਹ ਕੋਤਕ ਰਚਦੇ ਨੇ। ਇਸੇ ਕਰਕੇ ਬਾਣੀ ਦੇ ਵਿੱਚ ਆਉਂਦਾ ਹੈ, ਗੁਰ ਤੇਗ ਬਹਾਦਰ ਸਵਾਂਗ ਰਚਾਇਨ।
ਇਹ ਸੱਚੇ ਪਾਤਸ਼ਾਹ ਜੀ ਨੇ ਖੁਦ ਮੌਜ ਰਚੀ। ਤੇ ਖਾਲਸਾ ਜੀ ਉਸ ਤੋਂ ਬਾਅਦ ਜੇ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨੇ ਸ਼ਹੀਦੀ ਦਿੱਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨਾਲ ਦਿੱਤੀ। ਮੇਰੇ ਕਹਿਣ ਤੋਂ ਮੁਰਾਦ ਕਿ ਕਿਸੇ ਵਿੱਚ ਤਾਕਤ ਨਹੀਂ ਗੁਰੂ ਕੇ ਸਿੰਘਾਂ ਨੂੰ ਪਕੜ ਸਕੇ, ਗੁਰੂ ਕੇ ਸਿੰਘਾਂ ਨੂੰ ਖਤਮ ਕਰ ਸਕੇ, ਪਰ ਅਸਲ ਦੇ ਵਿੱਚ ਗੁਰੂ ਕੇ ਸਿੰਘ, ਗੁਰੂ ਕੇ ਖਾਲਸਿਆਂ ਨੂੰ ਸਤਿਗੁਰੂ ਨੇ ਗੁੜਤੀ ਐਸੀ ਦਿੱਤੀ ਹੈ ਕਿ ਜਦੋਂ ਕੋਈ ਧਰਮ ਵਾਸਤੇ ਕੁਰਬਾਨ ਹੁੰਦਾ ਹੈ, ਧਰਮ ਵਾਸਤੇ ਕੁਰਬਾਨ ਹੋ ਕਰਕੇ ਆਪਣੇ ਤਨ ਨੂੰ ਮਿਟਾ ਦਿੰਦਾ ਹੈ, ਜਿਹੜਾ ਆਪਣੇ ਸਰੀਰ ਦੀ ਹਸਤੀ ਨੂੰ ਮਿਟਾ ਦਿੰਦਾ ਹੈ, ਉਹਦੇ ਸਰੀਰ ਦੀ ਹਸਤੀ ਤੇ ਭਾਵੇਂ ਮਿਟ ਜਾਵੇ ਪਰ ਉਹਦੀ ਆਤਮਾ ਦੀ ਹਸਤੀ ਕੋਈ ਮਿਟਾ ਨਹੀਂ ਸਕਦਾ। ਇਸੇ ਕਰਕੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਜਦੋਂ ਅਟਕ ਦਰਿਆ ਦੇ ਕੋਲ ਪਹੁੰਚੇ, ਅਰਦਾਸ ਕਰਕੇ ਅਟਕ ਦਰਿਆ ਵੀ ਅਟਕਾ ਦਿੱਤਾ ਸਿੰਘ ਸਾਹਿਬ ਜੀ ਨੇ। ਸਿੰਘਾਂ ਨੇ ਕਿਹਾ ਭੱਜ ਚੱਲੀਏ, ਮਾਰੇ ਜਾਵਾਂਗੇ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਮੈਂ ਜਥੇਦਾਰ ਕੌਮ ਦੀ ਅਗਵਾਈ ਮਰਨ ਵਾਸਤੇ ਕਰ ਰਿਹਾ, ਭੱਜਣ ਵਾਸਤੇ ਨਹੀਂ ਕਰ ਰਿਹਾ। ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸ਼ਹਾਦਤ ਦਿੱਤੀ। ਤੇ ਜੇ ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਇਤਿਹਾਸ ਵੇਖ, ਸ਼ਹੀਦ ਵੇਖਣ ਦੇ ਵਿੱਚ ਚਿਹਰੇ ਵੱਖਰੇ ਹੋ ਸਕਦੇ ਨੇ, ਪਰ ਸ਼ਹੀਦਾਂ ਦੇ ਅੰਦਰ ਵਰਤ ਰਹੀ ਜੋਤ, ਵਰਤ ਰਹੀ ਆਤਮਾ ਵੱਖਰੀ ਨਹੀਂ ਹੋ ਸਕਦੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਵੀ ਗੱਲਾਂ ਕਰਨ ਵਾਲੇ ਬਹੁਤ, ਜਿਹੜੇ ਜਾਣ ਦੀ ਪਰਵਾਹ ਕਰਕੇ ਖਾਲਸਾ ਜੀ ਬਾਹਰ ਆ ਗਏ, ਪਰ ਸੱਚ ਹੈ ਉਹਨਾਂ ਆਪਣੇ ਸਰੀਰ ਦੀ ਹਸਤੀ ਬਚਾਈ। ਅੱਜ ਉਹਨਾਂ ਦਾ ਨਾਮ ਨਹੀਂ ਕੋਈ ਜਾਣਦਾ, ਪਰ ਜਿਨ੍ਹਾਂ ਸੰਤਾਂ ਨੇ ਸਰੀਰ ਦੀ ਹਸਤੀ ਮਿਟਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਵਾਸਤੇ ਤਨ ਕੁਰਬਾਨ ਕਰ ਦਿੱਤਾ, ਉਹਨਾਂ ਸੰਤਾਂ ਦੀ ਅੱਜ ਵੀ ਜੈ ਜੈਕਾਰ ਹੈ। ਸੋ ਕਦੇ ਵੀ ਗੁਰੂ ਕੇ ਸਿੱਖ ਨੂੰ ਕੋਈ ਖਤਮ ਨਹੀਂ ਕਰ ਸਕਦਾ, ਪਰ ਗੁਰੂ ਕੇ ਸਿੱਖਾਂ ਦੇ ਅੰਦਰ ਭਾਵਨਾ ਹੁੰਦੀ ਹੈ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ, ਜੋ ਤੋ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖੁਦ ਫੈਸਲਾ ਲਿਆ ਕਿ ਹੁਣ ਜਾ ਕਰਕੇ ਸਿਰ ਧੜ ਦੀ ਬਾਜੀ ਲਾਵਾਂਗੇ, ਸ਼ਹਾਦਤ ਦਵਾਂਗੇ। ਇਸ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਤਾਂ ਇਸ ਤਰ੍ਹਾਂ ਜੰਜੀਰਾਂ ਦੇ ਨਾਲ, ਸੰਗਲਾਂ ਦੇ ਨਾਲ ਜਕੜ ਲਿਆ ਤੇ ਪਿੰਜਰੇ ਦੇ ਚਾਰੋਂ ਤਰਫ ਖਾਲਸਾ ਜੀ ਸਿਪਾਹੀਆਂ ਨੇ ਪਹਿਰਾ ਲਗਾ ਦਿੱਤਾ। ਨਾਲ ਉਸੈ ਕੇ ਓਏ ਨਰੜਾਏ। ਤੇ ਜਿਹੜੇ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੱਖ, ਉਹਨਾਂ ਨੂੰ ਵੀ ਨਾਲ ਦੀ ਨਾਲ ਕੈਦੀ ਬਣਾ ਲਿਆ। ਕਹਾਂ ਬੰਦਾ ਮਤ ਜਾਵੇ ਉੱਡ। ਤੇ ਸਾਰੇ ਇਹ ਕਹਿਣ ਲੱਗੇ ਵੀ ਧਿਆਨ ਰੱਖਿਓ, ਚੌਕੰਨੇ ਰਹਿਓ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਉੱਡ ਨਾ ਜਾਵੇ। ਨਾਲ ਗੱਡੇ ਦਏ ਸੰਗਲ ਗੱਡ। ਕਹਿੰਦੇ ਜਦੋਂ ਪਿੰਜਰਾ ਗੱਡਿਆਂ ਦੇ ਵਿੱਚ ਰੱਖਿਆ ਨਾ, ਤੇ ਇੰਨਾ ਡਰ ਸੀ ਬੰਦਾ ਸਿੰਘ ਬਹਾਦਰ ਦਾ ਕਿ ਖਾਲਸਾ ਜੀ ਪਿੰਜਰੇ ਨੂੰ ਵੀ ਸੰਗਲ ਪਾ ਕਰਕੇ ਗੱਡਿਆਂ ਦੇ ਨਾਲ ਬੰਨ੍ਹ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਤੇ ਪਿੰਜਰੇ ਸਮੇਤ ਹੀ ਨਾ ਉੱਡ ਜਾਵੇ। ਵੇਖੋ ਅਸੀਂ ਕਿੰਨਾ ਦੇ ਵਿਰਾਸਤ ਤੋਂ ਤਾਲੁਕਾਤ ਰੱਖਦੇ ਹਾਂ ਕਿ ਭਾਵੇਂ ਪਿੰਜਰੇ ਵਿੱਚ ਹੈ, ਸੱਚ ਹੈ ਬੱਬਰ ਸ਼ੇਰ ਪਿੰਜਰੇ ਵਿੱਚ ਵੀ ਹੋਵੇ ਤੇ ਖਾਲਸਾ ਜੀ ਰਹਿੰਦਾ ਬੱਬਰ ਸ਼ੇਰ ਹੀ ਹੈ। ਤੇ ਗਿੱਦੜ ਭਾਵੇਂ ਖਾਲਸਾ ਜੀ ਆਜ਼ਾਦ ਹੋ ਕੇ ਹਕੂਮਤ ਵੀ ਕਰ ਲੈਣ, ਪਰ ਗਿੱਦੜ ਹੀ ਰਹਿੰਦੇ ਆ। ਸੋ ਯਾਦ ਰੱਖਣਾ ਚਾਹੀਦਾ ਕਿ ਅਸੀਂ ਵਾਰਿਸ ਕਿੰਨਾ ਦੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਜੀ ਪਿੰਜਰੇ ਵਿੱਚ ਵੀ ਰੱਖਿਆ, ਪਰ ਫਿਰ ਵੀ ਡਰ ਸੀ ਕਿਤੇ ਪਿੰਜਰੇ ਸਮੇਤ ਹੀ ਨਾ ਉੱਡ ਜਾਵੇ, ਤੇ ਪਿੰਜਰੇ ਨੂੰ ਵੀ ਸੰਗਲ ਪਾ ਕਰਕੇ ਗੱਡੇ ਦੇ ਨਾਲ ਬੰਨ੍ਹ ਦਿੱਤਾ। ਤੋਰ ਦਿਓ ਸੋ ਦਿੱਲੀ ਰਾਹੋ। ਤੇ ਦਿੱਲੀ ਦੇ ਰਸਤੇ ਵੱਲ ਗੱਡਿਆਂ ਨੂੰ ਤੋਰ ਦਿੱਤਾ ਕਿ ਦਿੱਲੀ ਚਲੇ ਜਾਓ। ਛੋਟੀ ਵੱਡੀ ਲਿਓ ਮਜਲੀ ਰਾ ਲਾਹੇ। ਸੋ ਇਸ ਤਰ੍ਹਾਂ ਛੋਟੀਆਂ ਤੇ ਵੱਡੀਆਂ ਸਾਰੀਆਂ ਫੌਜਾਂ ਦੀਆਂ ਟੁਕੜੀਆਂ ਉਹ ਵੀ ਗੱਡਿਆਂ ਦੇ ਨਾਲ ਹੋ ਤੁਰੀਆਂ। ਸਿੱਖ ਬੰਦਾ ਸੰਗ ਬੰਧ ਜੋ ਤੋਰੇ। ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੱਖ ਸੀ, ਉਹ ਵੀ ਖਾਲਸਾ ਜੀ ਸੰਗਲਾਂ ਦੇ ਨਾਲ ਬੰਨ੍ਹ ਕੇ ਦਿੱਲੀ ਵੱਲ ਤੋਰ ਦਿੱਤੇ। ਇਤਿਹਾਸ ਵਿੱਚ ਹੁੰਦਾ 700 ਸਿਪਾਹੀ ਗੁਰੂ ਕੇ ਸਿੰਘ, 700 ਦੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨਾਲ ਗਏ ਤੇ 700 ਗੁਰੂ ਕਿਆਂ ਸਿੰਘਾਂ ਨੇ ਜਾ ਕਰਕੇ ਸ਼ਹੀਦੀਆਂ ਦਿੱਤੀਆਂ। ਦੋਏ ਦੋਏ ਇੱਕ ਇੱਕ ਬੇੜੀ ਜੋੜੇ। ਤੇ ਜਦੋਂ ਕਹਿੰਦੇ ਗੁਰੂ ਕਿਆਂ ਸਿੰਘਾਂ ਨੂੰ ਬੰਨਿਆ ਨਾ, ਤੇ ਦੋ ਦੋ ਸਿੱਖਾਂ ਦੀਆਂ ਜੋੜੀਆਂ ਬਣਾ ਦਿੱਤੀਆਂ, ਦੋ ਦੋ ਸਿੱਖਾਂ ਨੂੰ ਇਕੱਠਿਆਂ ਨੂੰ ਸੰਗਲ ਪਾ ਦਿੱਤੇ। ਇੱਕ ਪਾਸਨ ਉਨਕੇ ਹੱਥ ਜੋੜੇ। ਤੇ ਕਹਿੰਦੇ ਇੱਕ ਦੋ ਦੂਸਰੇ ਸਿੰਘ ਨੂੰ, ਦੋ ਸਿੰਘਾਂ ਦੀਆਂ ਬਾਹਾਂ ਇਕੱਠੀਆਂ ਬੰਨ੍ਹ ਦਿੱਤੀਆਂ ਸੰਗਲਾਂ ਦੇ ਨਾਲ ਕਿ ਇਹ ਦੋ ਜਦੋਂ ਭੱਜਣਗੇ ਤੇ ਡਿੱਗ ਜਾਣਗੇ ਤੇ ਭੱਜ ਨਹੀਂ ਸਕਣਗੇ।
ਸੋ ਇਸ ਤਰ੍ਹਾਂ ਦੋ ਦੋ ਸਿੰਘਾਂ ਦੀਆਂ ਜੋੜੀਆਂ ਬਣਾ ਕਰਕੇ ਉਹਨਾਂ ਦੀਆਂ ਬਾਹਾਂ ਨੂੰ ਇੱਕ ਦੂਸਰੇ ਨਾਲ ਬੰਨ੍ਹ ਦਿੱਤਾ। ਇੱਕ ਇੱਕ ਛੋਡੇ ਕਿਰਿਆ ਲੋੜੇ। ਤੇ ਖਾਲਸਾ ਜੀ ਉਹਨਾਂ ਦੇ ਪੈਰ ਉਹ ਵੀ ਇੱਕ ਦੂਸਰੇ ਦੇ ਨਾਲ ਬੰਨ੍ਹ ਦਿੱਤੇ ਤੇ ਇੱਕ ਹੱਥ ਤੇ ਇੱਕ ਪੈਰ ਕੇਵਲ ਆਜ਼ਾਦ ਰੱਖਿਆ। ਉਹ ਕੇਵਲ ਇਸ ਕਰਕੇ ਵੀ ਜੇ ਇਹਨਾਂ ਨੂੰ ਰਸਤੇ ਵਿੱਚ ਕੁਝ ਛਕਣ ਵਾਸਤੇ ਜਾਂ ਪੀਣ ਵਾਸਤੇ ਦਿੱਤਾ ਤੇ ਆਪਣੇ ਇੱਕ ਹੱਥ ਦੇ ਨਾਲ ਇਹ ਸਰੀਰ ਦੀ ਕਿਰਿਆ ਵੀ ਕਰ ਸਕਦੇ ਜਾਂ ਕੁਝ ਛਕ ਸਕਦੇ, ਪਰ ਉਹਨਾਂ ਦੇ ਡਰ ਤੋਂ ਕਿਤੇ ਭੱਜ ਨਾ ਜਾਣ, ਇਸ ਕਰਕੇ ਉਹਨਾਂ ਦੇ ਇੱਕ ਇੱਕ ਹੱਥ ਤੇ ਇੱਕ ਇੱਕ ਪੈਰ ਨੂੰ ਦੋ ਦੋ ਸਿੰਘਾਂ ਦੀਆਂ ਜੋੜੀਆਂ ਬਣਾ ਕਰਕੇ ਸੰਗਲਾਂ ਦੇ ਨਾਲ ਬੰਨ੍ਹ ਦਿੱਤਾ। ਦੋਹਰਾ ਤਾਉ ਭੀ ਗੱਡਿਆਨ ਪਰ ਬੰਦੇ ਦੀਨੋ ਰਿਜਕ ਲਗਾਏ। ਹੁਣ ਗੱਡਿਆਂ ਤੇ ਲੈ ਕਰਕੇ ਜਦੋਂ ਗੁਰੂ ਕਿਆਂ ਸਿੰਘਾਂ ਨੂੰ ਦਿੱਲੀ ਵੱਲ ਜਾਂਦੇ ਤੇ ਮੁਗਲ ਹਕੂਮਤ ਦੇ ਸਿਪਾਹੀ ਉਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦੇ ਦਿੰਦੇ। ਭੁੰਨਾ ਕੱਚਾ ਜਿਮ ਬਨੈ ਤਿਮ ਸਿੱਖ ਲੈਵੈ ਖਾਏ। ਪਰ ਕਹਿੰਦੇ ਇਹ ਨਹੀਂ ਕਿ ਬਹੁਤੀ ਸੇਵਾ ਭਾਵਨਾ ਨਹੀਂ, ਬਲਕਿ ਕੇਵਲ ਤੇ ਕੇਵਲ ਉਸ ਵਕਤ ਵੀ ਇੱਕ ਗੁਰੂ ਕਿਆਂ ਸਿੰਘਾਂ ਦੀ ਬੇਪੱਤੀ ਕਰਨ ਵਾਸਤੇ ਭੁੰਨਾ ਕੱਚਾ ਕਿ ਕੱਚੇ ਆਟੇ ਹੀ ਪੇੜੇ ਬਣਾ ਬਣਾ ਕਰਕੇ ਸਿੱਖਾਂ ਨੂੰ ਫੜਾ ਦੇਣੇ ਤੇ ਅੱਗੋਂ ਹੱਸਣਾ। ਇਸ ਤਰ੍ਹਾਂ ਗੁਰੂ ਕਿਆਂ ਸਿੰਘਾਂ ਦੇ ਨਾਲ ਉਹਨਾਂ ਨੇ ਮਸ਼ਕਰੀਆਂ ਕਰਨੀਆਂ। ਚਉਪਈ ਸਭ ਹੀ ਪਕੜ ਸਾਥੇ ਜਾਏ। ਹੁਣ ਜਿੰਨੇ ਵੀ ਗੁਰੂ ਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੈਦ ਦੇ ਵਿੱਚ ਦਿੱਲੀ ਜਾ ਰਹੇ ਸਨ, ਪੜੇ ਬਾਣੀਆਂ ਨਹਿ ਸ਼ੰਕਾ ਹੈ। ਉਹ ਸਾਰੇ ਗੁਰੂ ਕੇ ਸਿੰਘ ਬਾਣੀ ਪੜ੍ਹਦੇ ਜਾ ਰਹੇ ਸਨ, ਕੋਈ ਸੰਸਾਰੀ ਗੱਲਾਂ ਨਹੀਂ ਸਨ ਕਰ ਰਹੇ। ਜਿਹੜੀ ਸ਼ਹੀਦੀ ਦਿੱਤੀ ਜਾਂਦੀ ਹੈ, ਵੇਖੋ ਇਤਿਹਾਸ ਵਿੱਚ ਕਿ ਸ਼ਹੀਦ ਹੋਣ ਚੱਲੇ ਨੇ ਤੇ ਉਸ ਵਕਤ ਬਾਣੀ ਪੜ੍ਹਦੇ ਜਾ ਰਹੇ ਨੇ, ਗੁਰੂ ਨੂੰ ਚੇਤੇ ਕਰਦੇ ਜਾ ਰਹੇ ਨੇ। ਪਰ ਇਹ ਸਾਡੀ ਤਰਾਸਦੀ, ਅਸੀਂ ਕਈ ਵਾਰ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਵੀ ਬਾਣੀ ਨਹੀਂ ਪੜ੍ਹ ਸਕਦੇ, ਗੁਰੂ ਨੂੰ ਚੇਤੇ ਨਹੀਂ ਕਰ ਸਕਦੇ। ਪਰ ਗੁਰੂ ਕੇ ਸਿੰਘ 700 ਦੀ ਗਿਣਤੀ ਵਿੱਚ ਜਾ ਰਹੇ ਨੇ ਤੇ ਸਾਰੇ ਹੀ ਸਿੰਘ ਨਾਲ ਨਾਲ ਬਾਣੀ ਦਾ ਜਾਪ ਕਰਦੇ ਜਾ ਰਹੇ ਨੇ। ਇਕ ਤ ਹੱਥ ਤੇ ਰਬਾਬ ਵਜਾਵੇ। ਕਹਿੰਦੇ ਨੇ ਭਾਵੇਂ ਗੁਰੂ ਕੇ ਸਿੰਘ ਉਦੋਂ ਸੰਗਲਾਂ ਦੇ ਨਾਲ ਜਕੜੇ ਨੇ, ਪਰ ਖਾਲਸਾ ਜੀ ਆਪਣੇ ਇੱਕ ਇੱਕ ਹੱਥ ਦੇ ਨਾਲ ਸੰਗਲ ਦੇ ਵਿੱਚ ਜਦੋਂ ਇਸ ਤਰ੍ਹਾਂ ਸੰਗਲਾਂ ਨੂੰ ਖੜਕਾਉਂਦੇ ਜਿਵੇਂ ਰਬਾਬ ਵੱਜਦੀ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਦੀ ਧੁਨੀ ਪ੍ਰਗਟ ਕਰਕੇ ਸਾਰੇ ਸਿੰਘ ਕੀਰਤਨ ਰੂਪ ਦੇ ਵਿੱਚ ਬਾਣੀ ਪੜ੍ਹਦੇ ਜਾ ਰਹੇ ਨੇ। ਸ਼ਸਤਰ ਗਿਰੇ ਉਨ ਚੁੱਕੇ ਨਾ ਜਾਵੇ। ਤੇ ਕਹਿੰਦੇ ਖਾਲਸਾ ਜੀ ਕਿ ਜੇ ਕਿਸੇ ਸਿੰਘ ਦਾ ਚੱਲਦੇ ਚੱਲਦੇ ਸ਼ਸਤਰ ਗਿਰ ਜਾਂਦਾ ਤੇ ਬੇੜੀਆਂ ਨਾਲ ਇੰਨੇ ਜਕੜੇ ਸਨ ਕਿ ਸ਼ਸਤਰ ਚੱਕਿਆ ਨਹੀਂ ਸੀ ਜਾਂਦਾ। ਸ਼ਬਦ ਪੜੈ ਜੋ ਮਰਨੇ ਵਾਰੇ। ਤੇ ਕਹਿੰਦੇ ਸ਼ਬਦ ਪੜ੍ਹਦੇ ਉਹ ਵਾਲੇ ਜਿਹੜੇ ਮਰਨ ਨੂੰ ਚੇਤੇ ਕਰਾਉਂਦੇ ਨੇ, ਜਿਹੜੇ ਸ਼ਹਾਦਤ ਨੂੰ ਚੇਤੇ ਕਰਾਉਂਦੇ ਨੇ। ਭਾਵ ਇਸ ਤਰ੍ਹਾਂ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, खेत जो मांडियो सूरमा अब जूजन को दाओ, जब आब की औद निधान बनै अत ही रण में तब जूझ मरो। इस तरह कहंदे मौत वाले मरण परथाए शब्द गुरु के सिंह पढ़दे जा रहे ने। जीवन झूठो शब्द उचारे। ते गुरु के सिंह ओ शब्द पढ़दे जिस शब्द विच लिखिया कि जिउना झूठ है ते मरना सच है। साधो यह मुर्दन को गाऊं। इस तरह खालसा जी ਉਹ ਸ਼ਬਦ ਪੜ੍ਹਦੇ ਨੇ ਜੋ ਭਗਤ ਕਬੀਰ ਸਾਹਿਬ ਨੇ ਕਿਹਾ ਕਿ ਜਿਹੜਾ ਸੰਸਾਰ ਜੀਵਤ ਨਜ਼ਰ ਆਉਂਦਾ ਹੈ, ਅਸਲ ਵਿੱਚ ਇਹ ਸੰਸਾਰ ਮੁਰਦਿਆਂ ਦਾ ਘਰ ਹੈ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਪਸ਼ਟ ਕੀਤਾ, ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਉਹ ਭਾਵੇਂ ਜਿਉਂਦੇ ਵੀ ਹੋਣ ਪਰ ਮੁਰਦਿਆਂ ਵਰਗੇ ਹੁੰਦੇ ਨੇ। ਜਿਨ੍ਹਾਂ ਨੂੰ ਜਪਜੀ ਸਾਹਿਬ ਚੇਤੇ ਨਹੀਂ, ਜਿਨ੍ਹਾਂ ਨੂੰ ਮੂਲ ਮੰਤਰ ਚੇਤੇ ਨਹੀਂ, ਜਿਉਣ ਦਾ ਕੋਈ ਲਾਭ ਨਹੀਂ ਹੁੰਦਾ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜ੍ਹਦੇ ਜਾ ਰਹੇ ਨੇ। ਯਾ ਜਗ ਮੇ ਕੋ ਰਹਿਨ ਨਾ ਪਾਉ। ਤੇ ਆਪਸ ਵਿੱਚ ਇਹ ਵਿਚਾਰਾਂ ਕਰਦੇ ਨੇ ਕਿ ਖਾਲਸਾ ਜੀ ਇਹ ਸੰਸਾਰ ਤੇ ਕੋਈ ਵੀ ਨਹੀਂ ਰਹਿ ਸਕਦਾ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਸੰਸਾਰ ਤੋਂ ਸਭ ਨੇ ਜਾਣਾ ਹੈ, ਸੰਸਾਰ ਤੋਂ ਸਭ ਨੇ ਮਰਨਾ ਹੈ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ, ਪਰ ਸੱਚ ਹੈ ਜਿਸ ਤਰ੍ਹਾਂ ਗੁਰੂ ਕੇ ਸਿੱਖ ਸੰਸਾਰ ਤੋਂ ਜਾਂਦੇ ਨੇ, ਗੁਰੂ ਕੇ ਸ਼ਹੀਦ ਸੰਸਾਰ ਤੋਂ ਜਾਂਦੇ ਨੇ, ਉਹ ਜਾਣਾ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ।
ਸਿਦਕ ਸਬੂਰੀ ਜਿਸ ਪੈ ਰਹੀ। ਸੋ ਇਸ ਤਰ੍ਹਾਂ ਹਰ ਇੱਕ ਸਿੱਖ ਦੇ ਕੋਲ ਸਿੱਖੀ ਸਿਦਕ ਨਿਭਾਉਣ ਦੀ ਤਾਕਤ ਹੈ। ਸੱਚ ਮਜੂਰੀ ਤਿਸੈ ਕਮਾਈ। ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹਨਾਂ ਕੋਲ ਸਿੱਖੀ ਸਿਦਕ ਸੀ, ਇਸ ਕਰਕੇ ਉਹਨਾਂ ਨੂੰ ਸੱਚ ਦੀ ਮਜੂਰੀ ਮਿਲੀ, ਪਰਮਾਤਮਾ ਦੀ ਬਖਸ਼ਿਸ਼ ਮਿਲੀ, ਪਰਮਾਤਮਾ ਦੀ ਰਹਿਮਤ ਮਿਲੀ ਹੈ। ਇਮ ਕਰ ਦੁਖ ਕੋ ਸੁਖ ਕਰ ਮਾਨਾ। ਕਹਿੰਦੇ ਇਸ ਤਰ੍ਹਾਂ ਸਾਡੇ ਵਡੇਰਿਆਂ ਨੇ ਦੁੱਖ ਨੂੰ ਵੀ ਸੁੱਖ ਕਰਕੇ ਮੰਨਿਆ। ਖਾਲਸਾ ਜੀ ਇੰਨਾ ਵੱਡਾ ਦੁੱਖ ਆਇਆ ਪਰ ਸਿੰਘਾਂ ਦੇ ਚਿਹਰੇ ਫਿਰ ਵੀ ਖਿੜੇ ਰਹੇ। ਜੀਵਨ ਤਜ ਬਹਿ ਮਰਨ ਮਨ ਠਾਨਾ। ਉਹਨਾਂ ਨੇ ਮਨ ਵਿੱਚ ਧਾਰ ਲਿਆ ਕਿ ਹੁਣ ਜਿਉਣਾ ਨਹੀਂ, ਗੁਰੂ ਕੇ ਪੰਥ ਵਾਸਤੇ ਕੁਰਬਾਨ ਹੋਣਾ ਹੈ। ਸ਼ਬਦਨ ਪੜੈ ਕਰੈ ਅਰਦਾਸ। ਸ਼ਬਦ ਪੜ੍ਹ ਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਦੇ, ਪਾਤਸ਼ਾਹ ਸਾਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਿਓ। ਦੁਸ਼ਟਨ ਤੁਰਕਨ ਕੋ ਆਖੈ ਨਾਸ਼। ਤੇ ਅਰਦਾਸ ਕਰਦੇ, ਮਹਾਰਾਜ ਤੇਰੇ ਪੰਥ ਨੂੰ ਖਤਮ ਕਰਨ ਵਾਲੇ ਇੱਕ ਦਿਨ ਖੁਦ ਖਤਮ ਹੋ ਜਾਣ। ਤੁਸੀਂ ਕਿਰਪਾ ਕਰਨੀ, ਬਿਰਧ ਬਾਣੇ ਦੀ ਲਾਜ ਰੱਖਣੀ। ਪਾਤਸ਼ਾਹ ਜੀ ਕਿਰਪਾ ਕਰਨੀ, ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣਾ ਤੇ ਇਨ੍ਹਾਂ ਹੰਕਾਰੀਆਂ ਨਿੰਦਕਾਂ ਦਾ ਨਾਸ਼ ਕਰਨਾ। ਜਹ ਜਹ ਖਾਲਸੇ ਹੋਏ ਪ੍ਰਗਾਸ। ਸੋ ਜਿੱਥੇ ਜਿੱਥੇ ਵੀ ਖਾਲਸਾ ਜੀ ਅਰਦਾਸ ਕੀਤੀ ਵੀ ਜਿੱਥੇ ਜਿੱਥੇ ਵੀ ਖਾਲਸੇ ਦਾ ਪ੍ਰਕਾਸ਼ ਹੋਵੇ, ਖਾਲਸਾ ਨਿਬਾਹੋ ਹੋਇ ਕੇਸੀ ਸਾਸ। ਉੱਥੇ ਉੱਥੇ ਪਾਤਸ਼ਾਹ ਖਾਲਸਾ ਤੇਰਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵੇਗਾ, ਪਰ ਤੁਸਾਂ ਖਾਲਸੇ ਦੀ ਸਦਾ ਸਹਾਇਤਾ ਕਰਨੀ। ਵੇਖੋ ਖਾਲਸਾ ਜੀ, ਇਹ ਸਾਡੇ ਵੱਡੇ ਵਡੇਰਿਆਂ ਨੇ ਅਰਦਾਸ ਕੀਤੀ। ਇਸੇ ਕਰਕੇ ਭਾਵੇਂ ਸਿੱਖ ਦੇਸ਼ ਵਿੱਚ ਹੋਵੇ ਤੇ ਭਾਵੇਂ ਵਿਦੇਸ਼ਾਂ ਵਿੱਚ ਹੋਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖ ਦੀ ਸਹਾਇਤਾ ਜ਼ਰੂਰ ਕਰਦੇ ਨੇ, ਆਪਣੇ ਸਿੱਖ ਦੇ ਮਦਦਗਾਰ ਜ਼ਰੂਰ ਬਣਦੇ ਨੇ। ਪਰ ਤਾਂ ਜੇ ਸਿੱਖ ਇਨ੍ਹਾਂ ਦੇਸ਼ਾਂ ਵਿੱਚ ਰਹਿ ਕਰਕੇ ਵੀ ਕੇਸਾਂ ਦੇ ਨਾਲ ਪਿਆਰ ਕਰਦਾ ਹੈ, ਗੁਰੂ ਕੀ ਰਹਿਤ ਦੇ ਨਾਲ ਪਿਆਰ ਕਰਦਾ ਹੈ, ਗੁਰੂ ਕੇ ਬਾਣੇ ਦੇ ਨਾਲ ਪਿਆਰ ਕਰਦਾ ਹੈ, ਗੁਰੂ ਕੀ ਬਾਣੀ ਦੇ ਨਾਲ ਪਿਆਰ ਕਰਦਾ ਹੈ, ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਬਾਣੀ ਬਾਣੇ ਨਾਲ ਪਿਆਰ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਉਹਦੀ ਸਹਾਇਤਾ ਕਰਦੇ ਨੇ। ਤੁਰਕ ਸੁਣੈ ਸੁਣ ਗੁੱਸਾ ਕਰੈ। ਜਦੋਂ ਸਿੱਖ ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਤੇ ਮੁਗਲ ਹਕੂਮਤ ਦੇ ਸਿਪਾਹੀ ਮਨ ਵਿੱਚ ਕ੍ਰੋਧ ਕਰਦੇ ਨੇ। ਮਰਨ ਮੰਗੈ ਸਿੰਘ ਸੋ ਕਤ ਡਰੈ। ਤੇ ਖਾਲਸਾ ਜੀ ਇਹ ਸੋਚਦੇ ਵੀ ਇਹ ਸਿੰਘ ਡਰਦੇ ਨਹੀਂ, ਇਹ ਗੁਰੂ ਕੋਲੋਂ ਅਰਦਾਸ ਕਰਕੇ ਮੌਤ ਮੰਗ ਰਹੇ ਨੇ। ਕਿਉਂਕਿ ਅੱਜ ਤੱਕ ਉਹਨਾਂ ਨੇ, ਮੁਗਲਾਂ ਨੇ ਵੇਖਿਆ ਸੀ ਕਿ ਬਾਦਸ਼ਾਹਾਂ ਅੱਗੇ ਲੋਕ ਜ਼ਿੰਦਗੀ ਵਾਸਤੇ ਗਿੜਗੜਾਉਂਦੇ ਨੇ, ਜ਼ਿੰਦਗੀ ਵਾਸਤੇ ਦੁਆ ਕਰਦੇ ਨੇ। ਪਹਿਲੀ ਵਾਰ ਮੁਗਲਾਂ ਨੇ ਵੇਖਿਆ ਕਿ ਇਹ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਕੀ ਭਰ ਦਿੱਤਾ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ, ਆਪਣੀ ਅਕਾਲੀ ਬਾਣੀ ਦੇ ਵਿੱਚ, ਕਿ ਗੁਰੂ ਕੇ ਸਿੰਘ ਗੁਰੂ ਅੱਗੇ ਅਰਦਾਸ ਕਰਕੇ ਜੀਵਨ ਨਹੀਂ ਬਲਕਿ ਮਰਨ ਪਦਵੀ ਮੰਗਦੇ ਨੇ। ਕਮਾਵੈ ਸਿਦਕ ਨ ਕਿਸਤੇ ਡਰਹੀ। ਤੇ ਮੁਗਲ ਹਕੂਮਤ ਦੇ ਸਿਪਾਹੀ ਕਹਿੰਦੇ ਕਿ ਸੱਚ ਹੈ, ਪਤਾ ਨਹੀਂ ਸਿੱਖਾਂ ਵਿੱਚ ਕੈਸਾ ਜਜ਼ਬਾ ਭਰਿਆ ਗੁਰੂ ਦਸ਼ਮੇਸ਼ ਨੇ ਕਿ ਕਿਸੇ ਬਾਦਸ਼ਾਹ ਤੋਂ ਨਹੀਂ ਡਰਦੇ, ਕਿਸੇ ਹਕੂਮਤ ਤੋਂ ਨਹੀਂ ਡਰਦੇ। ਜੇ ਸਿੱਖੀ ਸਿਦਕ ਨਿਭਾਉਣ ਵਾਸਤੇ ਕੁਰਬਾਨ ਵੀ ਹੋਣਾ ਪੈ ਜਾਵੇ ਤੇ ਪਿੱਛੇ ਨਹੀਂ ਹਟਦੇ। ਏਕ ਆਸ ਪਰਮੇਸ਼ਰ ਕਰਹੀ। ਤੇ ਸਿੱਖਾਂ ਦੇ ਮਨ ਦੇ ਵਿੱਚ ਜੇ ਆਸ ਹੈ ਕੇਵਲ ਤੇ ਕੇਵਲ ਪਰਮਾਤਮਾ ਦੀ, ਪਰਮਾਤਮਾ ਦੇ ਨਾਮ ਦੀ ਆਸ ਹੈ। ਦੋਹਰਾ ਢਿਗ ਸਰਹੰਦ ਡੇਰੋ ਪਇਓ, ਸਿੰਘ ਤੋਰੇ ਮਦ ਬਜ਼ਾਰੂ। ਸੋ ਖਾਲਸਾ ਜੀ ਗੁਰਦਾਸ ਨੰਗਲ ਦੀ ਗੜੀ ਤੋਂ ਤੁਰੇ, ਹੁਣ ਕਹਿੰਦੇ ਸਰਹੰਦ ਪਹੁੰਚ ਗਏ। ਜਿਸ ਸਰਹੰਦ ਨੂੰ ਗੁਰੂ ਕਿਆ ਸਿੰਘਾਂ ਨੇ ਲੁੱਟਿਆ ਸੀ, ਫਤਿਹ ਕੀਤਾ ਸੀ, ਉਸ ਸਰਹੰਦ ਪਹੁੰਚ ਕਰਕੇ ਮੁਗਲ ਹਕੂਮਤ ਨੇ ਡੇਰਾ ਕੀਤਾ। ਜਿਨ ਕੇ ਸਿੰਘਨ ਘਰ ਲੁਟੇ, ਤਬ ਦੇਖ ਦੇਹ ਉਨਗਾਰ। ਤੇ ਸਰਹੰਦ ਦੇ ਬਾਜ਼ਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ 700 ਸਿੱਖਾਂ ਦਾ ਜਲੂਸ ਕੱਢਿਆ ਗਿਆ। ਸਾਰੇ ਬਾਜ਼ਾਰ ਦੇ ਵਿੱਚ ਸਿੰਘਾਂ ਨੂੰ ਬੇੜੀਆਂ ਪਾ ਕਰਕੇ ਬਾਜ਼ਾਰ ਦਾ ਗੇੜਾ ਲਵਾਇਆ ਕਿ ਸ਼ਾਇਦ ਜਦੋਂ ਇਸ ਤਰ੍ਹਾਂ ਲੋਕ ਇਹਨਾਂ ਵੱਲ ਵੇਖ ਕੇ ਹੱਸਣਗੇ, ਡੋਲ ਜਾਣਗੇ। ਪਰ ਸਿੰਘ ਕਦੇ ਵੀ ਖਾਲਸਾ ਜੀ ਡੋਲਦੇ ਨਹੀਂ, ਸਿੰਘਾਂ ਤੇ ਮਹਾਰਾਜ ਦੀ ਕਿਰਪਾ। ਸੋ ਕਹਿੰਦੇ ਇਸ ਤਰ੍ਹਾਂ ਸਰਹੰਦ ਬਾਜ਼ਾਰ ਦਾ ਗੇੜਾ ਲਵਾਉਂਦੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਕਿਆਂ ਸਿੰਘਾਂ ਨੇ ਲੁੱਟਿਆ ਸੀ, ਉਹ ਗੁਰੂ ਕਿਆਂ ਸਿੱਖਾਂ ਨੂੰ ਵੇਖ ਕਰਕੇ ਅਪਮਾਨਜਨਕ ਸ਼ਬਦ ਬੋਲਦੇ ਨੇ। ਕਿਉ ਪਈ ਸ਼ਬਦ ਪੜਤ ਸਿੰਘ ਜਾਹੇ ਬਾਜ਼ਾਰ। ਪਰ ਖਾਲਸਾ ਜੀ ਜਦੋਂ ਉਹ ਮਾੜੇ ਸ਼ਬਦ ਬੋਲਦੇ, ਭੱਦੀ ਸ਼ਬਦਾਵਲੀ ਬੋਲਦੇ, ਗੁਰੂ ਕੇ ਸਿੰਘ ਉਦੋਂ ਵੀ
ਗੁਰੂ ਕੇ ਪ੍ਰੇਮ ਦੇ ਵਿੱਚ ਭਿੱਜੇ ਸ਼ਬਦ ਪੜ੍ਹਦੇ ਜਾਂਦੇ ਨੇ। ਲੋਕ ਦੇਖ ਉਨ ਦੇਵੈਂਗਾਰ, ਤੇ ਲੋਕ ਅਤੇ ਮੁਗਲ ਹਕੂਮਤ ਦੇ ਸਿਪਾਹੀ ਉਹਨਾਂ ਸਿੰਘਾਂ ਵੱਲ ਵੇਖ ਕਰਕੇ ਭੱਦੇ ਸ਼ਬਦ ਬੋਲਦੇ ਨੇ। ਸਿੰਘਨ ਕਬ ਨਿਜ ਬਾਨ ਬਿਸਾਰੀ, ਪਰ ਕਹਿੰਦੇ ਜੇ ਮੁਗਲ ਹਕੂਮਤ ਆਪਣੀ ਆਦਤਾਂ ਨਹੀਂ ਛੱਡਦੀ, ਸਰਕਾਰਾਂ ਆਪਣੀਆਂ ਆਦਤਾਂ ਨਹੀਂ ਛੱਡਦੀਆਂ, ਫਿਰ ਗੁਰੂ ਕੇ ਸਿੰਘ ਵੀ ਆਪਣੀਆਂ ਆਦਤਾਂ ਨਹੀਂ ਛੱਡਦੇ। ਜੇ ਉਹ ਸਿੰਘਾਂ ਤੇ ਵਾਧੀ ਕਰਦੇ ਤੇ ਸਿੰਘ ਵੀ ਅੱਗੋਂ ਅੜਨ ਵਾਲੀ ਆਦਤ ਨਹੀਂ ਛੱਡਦੇ, ਡਟ ਕੇ ਮੁਕਾਬਲਾ ਕਰਦੇ ਨੇ। ਇੱਕ ਕੀ 100 ਸਿੰਘ ਦੇਵੈਂਗਾਰੀ, ਕਹਿੰਦੇ ਉਹ ਇੱਕ ਗਲਤੀ ਕਰਦੇ ਤੇ ਗੁਰੂ ਕੇ ਸਿੰਘ ਅੱਗੋਂ 100 ਕਰਕੇ ਸੁਣਾਉਂਦੇ ਨੇ। ਫਿਰ ਸ਼ਹਿਰੀ ਫੜ ਢੀਮਨ ਟਹਿ ਡਹੇ, ਕਹਿੰਦੇ ਪਿੰਜਰਿਆਂ ਦੇ ਵਿੱਚੋਂ ਜਿਵੇਂ ਜਗ੍ਹਾ ਹੁੰਦੀ ਹੈ ਨਾ, ਤੇ ਖਾਲਸਾ ਜੀ ਉਹਦੇ ਵਿੱਚੋਂ ਗੁਰੂ ਕੇ ਸਿੰਘਾਂ ਦਾ ਜਿਹੜਾ ਇੱਕ ਇੱਕ ਹੱਥ ਬਿਨਾ ਬੇੜੀ ਤੋਂ ਹੁੰਦਾ ਹੈ, ਉਹ ਪਿੰਜਰੇ ਦੇ ਵਿੱਚੋਂ ਹੱਥ ਬਾਹਰ ਕੱਢ ਕੇ ਜਿਹੜੇ ਸਿਪਾਹੀ ਦੀ ਗਰਦਨ ਕਿਤੇ ਨਜ਼ਦੀਕ ਪਿੰਜਰੇ ਦੇ ਆਉਂਦੀ ਹੈ, ਉਹਦੇ ਕੰਨਾਂ ਥੱਲੇ 2 ਚਾਂਟੇ ਧਰਦੇ ਕਿ ਤੂੰ ਗੁਰੂ ਕੇ ਸਿੰਘਾਂ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਬੋਲਦਾ ਤੇ ਆਹ ਪ੍ਰਸ਼ਾਦ ਲੈ ਜਾ। ਸੋ ਇਸ ਤਰ੍ਹਾਂ ਕਹਿੰਦੇ ਭਾਵੇਂ ਹਕੂਮਤ ਵੀ ਆਪਣੀ ਆਦਤ ਤੋਂ ਨਹੀਂ ਟਲਦੀ, ਸਰਕਾਰ ਨਹੀਂ ਟਲਦੀ, ਤੇ ਇਧਰੋਂ ਗੁਰੂ ਕੇ ਸਿੰਘ ਵੀ ਆਪਣੀ ਆਦਤ ਨਹੀਂ ਛੱਡਦੇ, ਉਸੇ ਤਰ੍ਹਾਂ ਡਟ ਕੇ ਖੜੇ ਨੇ। ਹਮਰੇ ਘਰ ਤੁਮ ਲੂਟ ਸੋ ਲਏ, ਸੋ ਖਾਲਸਾ ਜੀ ਅੱਗੋਂ ਸਿਪਾਹੀ ਕਹਿੰਦੇ ਪਹਿਲਾਂ ਤੁਸਾਂ ਘਰ ਲੁੱਟੇ, ਸਾਨੂੰ ਪਰੇਸ਼ਾਨ ਕੀਤਾ, ਤੇ ਹੁਣ ਫਿਰ ਸਾਨੂੰ ਮਾਰਦੇ ਹੋ। ਸਿੰਘ ਕਹੈ ਹਮ ਅਬ ਕਬ ਟਲੈ, ਤੇ ਸਿੰਘ ਅੱਗੋਂ ਕਹਿਣ ਲੱਗੇ ਇਹ ਨਾ ਸਮਝੋ ਕਿ ਬੇੜੀਆਂ ਵਿੱਚ ਜਕੜੇ ਆ ਤੇ ਟਲ ਜਾਵਾਂਗੇ, ਟਲਾਂਗੇ ਹੁਣ ਵੀ ਨਹੀਂ। ਜਦੋਂ ਤੱਕ ਸਰੀਰ ਵਿੱਚ ਸਵਾਸ ਨੇ, ਤੁਹਾਡੀ ਹਕੂਮਤ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਡਿੱਗ ਪੜ ਗੱਡਿਆਂ ਤੇ ਭਏ ਖਲੇ, ਸੋ ਖਾਲਸਾ ਜੀ ਜਦੋਂ ਸਿੰਘਾਂ ਨੂੰ ਸੰਗਲਾਂ ਦੇ ਨਾਲ ਬੰਨਿਆ ਸੀ, ਕਹਿੰਦੇ ਸਿੰਘਾਂ ਨੇ ਹਿਲਜੁਲ ਕੀਤੀ, ਗੱਡਿਆਂ ਤੋਂ ਥੱਲੇ ਗਿਰੇ, ਤੇ ਉਦੋਂ ਮੁਗਲ ਹਕੂਮਤ ਦੇ ਸਿਪਾਹੀ ਫਿਰ ਡਰ ਗਏ ਵੀ ਕਿਤੇ ਬਾਹਰ ਹੀ ਨਾ ਆ ਜਾਣ। ਮਰਨ ਕਿਉ ਥੋ ਸਿੰਘਨ ਪ੍ਰਵਾਨ, ਪਰ ਗੁਰੂ ਕੇ ਸਿੰਘ ਕਹਿੰਦੇ ਅਸੀਂ ਸ਼ਹਾਦਤ ਦੇਣ ਵਾਸਤੇ ਚੱਲੇ ਆਂ, ਇਸ ਕਰਕੇ ਤੁਹਾਡੇ ਤੇ ਵਾਰ ਨਹੀਂ ਕਰ ਰਹੇ। ਪਰ ਜੇ ਕਿਤੇ ਸ਼ਹਾਦਤ ਨਾ ਦੇਣੀ ਹੁੰਦੀ ਤੇ ਤੁਹਾਨੂੰ ਦੱਸ ਦੇ ਕਿ ਗੁਰੂ ਕੇ ਸਿੰਘਾਂ ਵਾਸਤੇ ਭੱਦੀ ਸ਼ਬਦਾਵਲੀ ਕਿਵੇਂ ਬੋਲੀ ਦੀ ਹੈ। ਨਹ ਸਿੰਘ ਛੜਤ ਦੰਗੇ ਕੀ ਬਾਣ, ਸੋ ਗੁਰੂ ਕੇ ਖਾਲਸੇ, ਗੁਰੂ ਕੇ ਸਿੰਘ ਉਸ ਵਕਤ ਵੀ ਆਪਣੀ ਅਣਖ ਨਹੀਂ ਛੱਡਦੇ, ਦੰਗੇ ਦੀਆਂ ਬਾਤਾਂ ਨਹੀਂ ਛੱਡਦੇ। ਦੰਗਾ ਸਿੰਘਨ ਜਾਤ ਸੋ ਗੋਤ, ਕਿਉਂਕਿ ਗੁਰੂ ਕੇ ਸਿੰਘਾਂ ਦੀ ਜਾਤ ਗੋਤ ਹੀ ਦੰਗਾ ਹੁੰਦੀ ਹੈ। ਭਾਵ ਗੁਰੂ ਕੇ ਸਿੰਘਾਂ ਨੂੰ ਸਤਿਗੁਰੂ ਨੇ ਹੀ ਬਾਗੀ ਬਣਾਇਆ, ਦੰਗੇਬਾਜ਼ ਬਣਾਇਆ। ਦੰਗੇਬਾਜ਼ ਸਤਿਗੁਰੂ ਸਾਹਿਬ ਦੇ ਸਿੰਘ ਵੀ ਦੰਗੇਬਾਜ਼ ਹੀ ਨੇ। ਦੰਗਾ ਸਿੰਘਨ ਕੀ ਓਤ ਪੋਤ, ਜੇ ਗੁਰੂ ਕੇ ਸਿੰਘ ਖਾਲਸਾ ਜੀ ਹਕੂਮਤਾਂ ਦੇ ਜ਼ੁਲਮ ਖਿਲਾਫ ਦੰਗਾ ਨਹੀਂ ਕਰਦੇ ਤੇ ਕਹਿੰਦੇ ਫਿਰ ਸਿੰਘਾਂ ਦੀ ਪੱਤ ਨਹੀਂ ਰਹਿੰਦੀ। ਇਸ ਕਰਕੇ ਜਦੋਂ ਵੀ ਸੰਸਾਰ ਤੇ ਜ਼ੁਲਮ ਹੁੰਦਾ, ਸਿੰਘ ਦੰਗੇ ਜ਼ਰੂਰ ਕਰਦੇ ਨੇ। ਬਿਨ ਦੰਗਿਓ ਸਿੰਘ ਗੁਜਰ ਕਬ ਹੋਏ, ਕਿਉਂਕਿ ਬਿਨਾਂ ਜ਼ੁਲਮ ਦੇ ਖਿਲਾਫ ਲੜੇ ਬਿਨਾਂ ਸਿੰਘਾਂ ਦਾ ਗੁਜ਼ਾਰਾ ਨਹੀਂ ਹੁੰਦਾ। ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਤੇ ਜਿੱਥੇ ਵੀ ਕੁਝ ਗਲਤ ਹੁੰਦਾ ਹੋਵੇ, ਪਾਪ ਹੁੰਦਾ ਹੋਵੇ, ਉੱਥੇ ਖਾਲਸੇ ਦਾ ਹਾ ਦਾ ਨਾਰਾ ਮਾਰਨਾ ਫਰਜ਼ ਹੁੰਦਾ ਹੈ। ਕਰੈ ਦੰਗਾ ਜੋ ਸਿੰਘ ਭਏ ਸੋਏ, ਸੋ ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ, ਝੂਠ ਦੇ ਖਿਲਾਫ ਆਵਾਜ਼ ਚੁੱਕਦਾ ਹੈ, ਅਸਲ ਵਿੱਚ ਉਹੀ ਸਤਿਗੁਰੂ ਦਾ ਸਿੰਘ ਹੈ। ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਇਹੀ ਵਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲਸੇ ਨੇ ਲਿਆ ਹੈ। ਸੋ ਅੱਗੇ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਦਿੱਲੀ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਨਾਲ ਦੇ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਅਰਦਾਸ ਕਰਨੀ ਸੁਣਿਆ ਸੁਣਾਇਆ ਆਪਾਂ ਕਮਾ ਸਕੀਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਆਓ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਹਿ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਪ੍ਰਕਾਸ਼ ਦੀ 40 ਲੜੀਵਾਰ ਕਥਾ